ਸਤਿ ਸ਼੍ਰੀ ਅਕਾਲ ਸਟੂਡੈਂਟਸ। ਪੰਜਾਬ ਕੋਆਪਰੇਟਿਵ ਬੈਂਕ ਐਗਜ਼ਾਮ ਦੇ ਬੈਂਕਿੰਗ ਸੀਰੀਜ਼ ਦੇ ਵਿੱਚ ਅੱਜ ਅਸੀਂ ਟਾਈਪਸ ਆਫ ਬੈਂਕਸ ਇਨ ਇੰਡੀਆ ਕਰਾਂਗੇ ਔਰ 1 ਤੋਂ ਲੈ ਕੇ 6 ਤੱਕ ਜਿੰਨੇ ਵੀ ਟੌਪਿਕ ਆਪਾਂ ਕਵਰ ਕੀਤੇ ਆ ਇਹਦੇ ਨਾਲ ਤੁਹਾਡੇ 90% ਬੈਂਕਿੰਗ ਦਾ ਸਿਲੇਬਸ ਜਿਹੜਾ ਹੈ ਖਤਮ ਹੁੰਦਾ ਆ, ਰਾਈਟ। ਸੋ ਇਸ ਤੋਂ ਬਾਅਦ 1-2 ਲੈਕਚਰਸ ਨੇ, ਛੋਟੇ ਮੋਟੇ ਜਿਹੇ ਟੌਪਿਕ ਹੈ ਉਹ ਮੈਂ ਕੋਸ਼ਿਸ਼ ਕਰਾਂਗੀ 1-2 ਲੈਕਚਰਸ ਦੇ ਵਿੱਚ ਕੰਪਲੀਟ ਕਰਵਾ ਦਾਂ ਅਤੇ ਤੁਹਾਡਾ ਜਿਹੜਾ ਬੈਂਕਿੰਗ ਦਾ ਪੋਰਸ਼ਨ ਹੈ ਉਹ ਖਤਮ ਹੋ ਜਾਏਗਾ ਮੈਕਸਿਮਮ ਕੋਪ 8 ਤੱਕ, ਰਾਈਟ। ਸੋ ਇਹਨੂੰ ਅਗਰ ਵੀਡੀਓਜ਼ ਤੋਂ ਬੈਨੀਫਿਟ ਹੋਇਆ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦਿਆ ਕਰੋ, ਸ਼ੇਅਰ ਕਰ ਦਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਔਰ ਅਗਰ ਚੈਨਲ ਨੂੰ ਸਪੋਰਟ ਕਰ ਸਕਦੇ ਹੋ ਤਾਂ ਪਲੀਜ਼ ਜੁਆਇਨ ਵੀ ਜ਼ਰੂਰ ਕਰੋ। ਸੋ ਲੈਟਸ ਸਟਾਰਟ। ਸੋ ਬੈਂਕ ਟਾਈਪਸ, ਜਿਹੜੇ ਬੈਂਕ ਨੇ ਤੁਹਾਨੂੰ ਪਤਾ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ, ਸਾਡੇ ਲੋਕਾਂ ਤੋਂ ਜਾਂ ਹੋਰ ਵੀ ਆਰਗੇਨਾਈਜੇਸ਼ਨਸ ਤੋਂ ਡਿਪੋਜ਼ਿਟਸ ਵਗੈਰਾ ਲੈਂਦੇ ਨੇ ਔਰ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ, ਚਾਹੇ ਇੰਡੀਵਿਜੂਅਲਸ ਨੇ, ਚਾਹੇ ਆਰਗੇਨਾਈਜੇਸ਼ਨਸ ਨੇ, ਕਾਰਪੋਰੇਟਸ ਨੇ, ਉਹਨਾਂ ਨੂੰ ਕ੍ਰੈਡਿਟ ਜਿਹੜਾ ਪ੍ਰੋਵਾਈਡ ਕਰਦੀ ਹੈ। ਸੋ ਬੈਂਕ ਇੰਡੀਆ ਦੇ ਵਿੱਚ ਜਿਹੜੇ ਆ ਉਹ ਰੈਗੂਲੇਟ ਹੁੰਦੇ ਨੇ ਥਰੂ RBI ਐਕਟ 1934, ਬੈਂਕਿੰਗ ਰੈਗੂਲੇਸ਼ਨ ਐਕਟ 1949 ਅਤੇ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ। ਅਤੇ ਜਿੰਨੀ ਵੀ ਸੁਪਰਵਿਜ਼ਨ ਹੈ ਸਾਰੇ ਬੈਂਕਸ ਦੀ ਇੰਡੀਆ ਦੇ ਵਿੱਚ, ਉਹਦਾ ਕੰਮ ਹੁੰਦਾ ਹੈ ਡਿਪਾਰਟਮੈਂਟ ਆਫ ਬੈਂਕਿੰਗ ਸੁਪਰਵਿਜ਼ਨ DBS ਦਾ। ਇਸ ਤੋਂ ਇਲਾਵਾ ਜਿਹੜੇ ਬੈਂਕਸ ਆ ਉਹਨਾਂ ਨੂੰ ਆਪਾਂ ਫੰਕਸ਼ਨਸ ਦੇ ਬੇਸਿਸ ਦੇ ਉੱਤੇ ਵੀ ਡਿਵਾਈਡ ਕਰਦੇ ਹਾਂ ਐਜ਼ ਪਰ ਦਾ ਪ੍ਰੋਵੀਜ਼ਨਸ ਆਫ RBI ਐਕਟ 1934। ਅਤੇ ਪਹਿਲਾਂ ਵੀ ਅਸੀਂ ਡਿਸਕਸ ਕੀਤਾ ਸੀਗਾ ਕਿ ਇੰਡੀਆ ਦੇ ਜਿਹੜੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਆ ਉਹਨਾਂ ਨੂੰ ਆਪਾਂ 2 ਹਿੱਸੇ ਦੇ ਵਿੱਚ ਵੰਡਦੇ ਹਾਂ, ਇੱਕ ਬੈਂਕਿੰਗ ਇੰਸਟੀਟਿਊਸ਼ਨਸ ਜਿਹਦੇ ਵਿੱਚ ਸਾਰੇ ਬੈਂਕਸ ਆਉਂਦੇ ਨੇ ਅਤੇ ਦੂਸਰਾ NBFCs। ਨੈਕਸਟ ਵੀਡੀਓ ਅਸੀਂ NBFCs ਦੇ ਉੱਤੇ ਹੀ ਕਰਾਂਗੇ, ਨਾਨ ਬੈਂਕਿੰਗ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦੇ ਉੱਤੇ। ਔਰ ਇਹਦੇ ਵਿੱਚ ਡਿਫਰੈਂਸ ਮੈਂ ਤੁਹਾਨੂੰ ਪਹਿਲਾਂ ਵੀ ਸਮਝਾਇਆ ਸੀਗਾ ਕਿ ਬੈਂਕਿੰਗ ਅਤੇ NBFCs ਦੇ ਵਿੱਚ ਕੀ ਡਿਫਰੈਂਸ ਹੁੰਦਾ ਆ। ਇੱਕ ਵਾਰੀ ਫੇਰ ਮਾੜਾ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਜਿੱਦਾਂ ਬੈਂਕਸ ਹੁੰਦੇ ਨੇ ਉਹਨਾਂ ਦੀ ਜਿਹੜੀ ਰੈਗੂਲੇਸ਼ਨ ਹੈ ਜਾਂ ਫਾਰਮੇਸ਼ਨ ਆਫ ਬੈਂਕਿੰਗ ਰੈਗੂਲੇਸ਼ਨ ਐਕਟ 1949 ਦੇ ਅੰਡਰ ਹੁੰਦੀ ਹੈ, ਬਟ ਜਿਹੜੀਆਂ ਨਾਨ ਬੈਂਕਿੰਗ ਫਾਈਨੈਂਸ ਕੰਪਨੀਜ਼ ਨੇ ਜਾਂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ ਉਹਨਾਂ ਦੀ ਜਿਹੜੀ ਕ੍ਰੀਏਸ਼ਨ ਹੈ ਉਹ ਕੰਪਨੀਜ਼ ਐਕਟ 1956 ਦੇ ਅੰਡਰ ਹੁੰਦੀ ਹੈ। ਸੋ ਇਹ ਮੇਜਰ ਡਿਫਰੈਂਸ ਹੈ। ਉਸ ਤੋਂ ਬਾਅਦ ਜਿਹੜੇ NBFCs ਹੁੰਦੇ ਨੇ ਉਹਦੇ ਵਿੱਚ ਕੋਈ ਵੀ ਸੇਵਿੰਗ ਜਾਂ ਕਰੰਟ ਅਕਾਊਂਟ ਦੀ ਕੋਈ ਪ੍ਰੋਵੀਜ਼ਨ ਨਹੀਂ ਹੁੰਦੀ। ਉਹ ਡਿਮਾਂਡ ਡਿਪੋਜ਼ਿਟਸ ਨਹੀਂ ਅਸੈਪਟ ਕਰ ਸਕਦੇ, ਰਾਈਟ। ਜਿਵੇਂ ਅਗਰ ਡਿਮਾਂਡ ਡਿਪੋਜ਼ਿਟ ਨਹੀਂ ਅਸੈਪਟ ਕਰਨਗੇ, ਡਿਮਾਂਡ ਡਿਪੋਜ਼ਿਟ ਮਤਲਬ ਕਿ ਜਦੋਂ ਸਾਨੂੰ ਜ਼ਰੂਰਤ ਪਈ ਅਸੀਂ ਪੈਸੇ ਕਢਾ ਲਏ, ਹੈ ਨਾ। ਸੋ ਇਸ ਲਈ ਉਹਨਾਂ ਦੇ ਕੋਲ ਕੋਈ ਵੀ ਮਤਲਬ ATMs ਦੀ ਜਾਂ ਡੈਬਿਟ ਕਾਰਡਸ ਦੀ ਕੋਈ ਫੈਸਿਲਿਟੀ ਨਹੀਂ ਹੁੰਦੀ, ਇਸ ਲਈ ਉਹ ਪੇਮੈਂਟ ਸੈਟਲਮੈਂਟ ਸਿਸਟਮ ਦਾ ਪਾਰਟ ਵੀ ਨਹੀਂ ਹੁੰਦੀਆਂ NBFCs ਜਿਹੜੀਆਂ ਹੁੰਦੀਆਂ। ਮੋਰ ਓਵਰ ਜੋ CRR SLR ਦੀ ਕੰਡੀਸ਼ਨ ਬੈਂਕਸ ਦੇ ਉੱਤੇ ਐਪਲੀਕੇਬਲ ਹੁੰਦੀ ਹੈ ਕਿ ਬੈਂਕਸ ਨੂੰ ਆਪਣਾ ਨੈਟ ਡਿਮਾਂਡ ਐਂਡ ਟਾਈਮ ਲਾਇਬਿਲਿਟੀਜ਼ ਦਾ 4% CRR ਐਟ ਪ੍ਰੈਜ਼ੈਂਟ ਜੋ ਹੈਗਾ ਅਤੇ 18% ਐਟ ਪ੍ਰੈਜ਼ੈਂਟ ਜੋ ਹੈਗਾ SLR ਉਹ ਮੇਨਟੇਨ ਕਰਨਾ ਪੈਂਦਾ। NBFCs ਦੇ ਉੱਤੇ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਵੀਜ਼ਨ ਨਹੀਂ ਹੈਗੀ। ਮੋਰ ਓਵਰ ਜਿਵੇਂ ਬੈਂਕਸ ਦੇ ਵਿੱਚ ਹੁੰਦਾ ਕਿ 40% ਪ੍ਰਾਇਓਰਿਟੀ ਸੈਕਟਰ ਲੈਂਡਿੰਗ ਨੂੰ ਦੇਣਾ ਆ, ਸੋ ਇਹਦੇ ਵਿੱਚ ਵੀ ਜਿਹੜਾ ਆ ਇਹ ਰੂਲ ਐਪਲੀਕੇਬਲ ਨਹੀਂ ਹੁੰਦਾ NBFCs ਦੇ ਵਿੱਚ, ਰਾਈਟ। ਸੋ ਇਹ ਕੁਛ ਮੇਨ ਡਿਫਰੈਂਸਿਸ ਨੇ ਜਿਹੜੇ ਤੁਹਾਨੂੰ ਯਾਦ ਰੱਖਣੇ ਨੇ ਕਿ ਬੈਂਕਸ ਦੇ ਵਿੱਚ ਅਤੇ NBFCs ਦੇ ਵਿੱਚ ਕੀ ਡਿਫਰੈਂਸ ਹੁੰਦੇ ਨੇ। ਉਸ ਤੋਂ ਬਾਅਦ ਅਸੀਂ ਬੈਂਕਸ ਜਿਹੜੇ ਆ ਇੰਡੀਆ ਦੇ ਵਿੱਚ ਉਹਨਾਂ ਨੂੰ 2 ਬੇਸਿਸ ਦੇ ਉੱਤੇ ਡਿਵਾਈਡ ਕਰਦੇ ਹਾਂ। ਪਹਿਲਾ ਕਿ ਜਿਹੜੇ ਕਿ ਬੈਂਕਿੰਗ ਰੈਗੂਲੇਸ਼ਨ ਐਕਟਸ ਦੇ ਉੱਤੇ ਡਿਪੈਂਡ ਕਰਦੇ ਆ, ਠੀਕ ਹੈ, ਅਤੇ ਦੂਸਰਾ ਹੈਗਾ ਉਹਨਾਂ ਦੇ ਰੂਲਸ ਅਤੇ ਫੰਕਸ਼ਨਸ ਦੇ ਹਿਸਾਬ ਦੇ ਨਾਲ। ਜੇ ਬੈਂਕਿੰਗ ਰੈਗੂਲੇਸ਼ਨਸ ਦੇ ਹਿਸਾਬ ਨਾਲ ਦੇਖੀਏ ਤਾਂ ਆਪਾਂ ਉਹਨਾਂ ਨੂੰ ਫਿਰ ਫਰਦਰ 2 ਹਿੱਸਿਆਂ 'ਚ ਡਿਵਾਈਡ ਕਰਦੇ ਹਾਂ, ਇੱਕ ਸਕੈਡਿਊਲਡ ਬੈਂਕਸ ਅਤੇ ਇੱਕ ਨਾਨ ਸਕੈਡਿਊਲਡ ਬੈਂਕਸ। ਸਕੈਡਿਊਲਡ ਬੈਂਕਸ ਆਪਾਂ ਪੜ੍ਹਿਆ ਸੀਗਾ RBI ਐਕਟ 1934 ਦੇ ਸਕੈਡਿਊਲ 2 ਦੇ ਵਿੱਚ ਜਿਹੜੇ ਬੈਂਕਸ ਲਿਸਟਡ ਨੇ ਉਹਨਾਂ ਨੂੰ ਆਪਾਂ ਸਕੈਡਿਊਲਡ ਬੈਂਕਸ ਕਹਿੰਦੇ ਹਾਂ ਅਤੇ ਜਿਹੜੇ ਨਹੀਂ ਲਿਸਟਡ ਨੇ ਉਹਨਾਂ ਨੂੰ ਨਾਨ ਸਕੈਡਿਊਲਡ ਬੈਂਕਸ ਬੋਲਦੇ ਹਾਂ। ਦੈਨ ਡਿਪੈਂਡਿੰਗ ਅਪੋਨ ਫੰਕਸ਼ਨਸ ਬੈਂਕਸ ਜਿਹੜੇ 2 ਤਰ੍ਹਾਂ ਦੇ ਹੁੰਦੇ ਨੇ, ਇੱਕ ਕਮਰਸ਼ੀਅਲ ਅਤੇ ਇੱਕ ਕੋਆਪਰੇਟਿਵ ਬੈਂਕਸ। ਹੁਣ ਜਿੰਨੇ ਵੀ ਕਮਰਸ਼ੀਅਲ ਬੈਂਕਸ ਨੇ ਇੰਡੀਆ ਦੇ ਉਹਨਾਂ ਨੂੰ ਅਸੀਂ 2 ਹਿੱਸਿਆਂ ਦੇ ਵਿੱਚ ਫਰਦਰ ਡਿਵਾਈਡ ਕਰਦੇ ਹਾਂ, ਇੱਕ ਯੂਨੀਵਰਸਲ ਕਮਰਸ਼ੀਅਲ ਬੈਂਕਸ ਅਤੇ ਦੂਸਰਾ ਡਿਫਰੈਂਸ਼ੀਅਲ ਕਮਰਸ਼ੀਅਲ ਬੈਂਕਸ। ਯੂਨੀਵਰਸਲ ਬੈਂਕਿੰਗ ਅਸੀਂ ਲਾਸਟ ਜਦੋਂ ਵੀਡੀਓ ਕੀਤੀ ਸੀ ਉਹਦੇ ਵਿੱਚ ਅਸੀਂ ਕਵਰ ਕੀਤਾ ਸੀ ਕੀ ਹੁੰਦੀ ਹੈ, ਜਿਹਦੇ ਵਿੱਚ ਹਰ ਇੱਕ ਤਰ੍ਹਾਂ ਦੀ ਜਿਹੜੀ ਫੈਸਿਲਿਟੀ ਹੈ ਪ੍ਰੋਵਾਈਡ ਕੀਤੀ ਜਾਂਦੀ ਹੈ, ਰਾਈਟ। ਛੋਟੀ ਤੋਂ ਛੋਟੀ ਲੈ ਕੇ ਵੱਡੀ ਤੋਂ ਵੱਡੀ ਬੈਂਕਿੰਗ ਫੈਸਿਲਿਟੀ। ਉਹਦੇ ਵਿੱਚ ਪਬਲਿਕ ਸੈਕਟਰ ਬੈਂਕਸ, ਪ੍ਰਾਈਵੇਟ ਬੈਂਕਸ ਅਤੇ ਫੋਰਨ ਬੈਂਕਸ ਆਉਂਦੇ ਨੇ। ਔਰ ਡਿਫਰੈਂਸ਼ੀਅਲ ਕਮਰਸ਼ੀਅਲ ਬੈਂਕਸ ਦੇ ਵਿੱਚ ਉਹ ਬੈਂਕਸ ਆਉਂਦੇ ਨੇ ਜਿਹੜੇ ਕਿ ਸਪੈਸੀਫਿਕ ਪਰਪਸ ਲਈ ਬਣਾਏ ਹੁੰਦੇ ਨੇ, ਸਪੈਸੀਫਿਕ ਜਾਂ ਤਾਂ ਸੈਕਟਰ ਨੂੰ ਟਾਰਗੇਟ ਕਰਦੇ ਨੇ ਜਾਂ ਉਹਨਾਂ ਦਾ ਪਰਪਸ ਜਿਹੜਾ ਸਪੈਸੀਫਿਕ ਹੁੰਦਾ ਹੈ। ਜਿਵੇਂ ਰੀਜਨਲ ਰੂਰਲ ਬੈਂਕਸ ਦੀ ਆਪਾਂ ਗੱਲ ਕਰੀਏ ਤਾਂ ਰੀਜਨਲ ਰੂਰਲ ਬੈਂਕਸ ਜਿਹੜੇ ਆ ਉਹਨਾਂ ਦਾ ਮੇਨ ਮੋਟਿਵ ਹੁੰਦਾ ਕਿ ਜਿੱਥੇ ਐਕਸੈਸ ਨਹੀਂ ਹੈਗੀ ਫੰਡਸ ਦੀ, ਜਿਵੇਂ ਰੂਰਲ ਸੈਕਟਰ ਦੇ ਵਿੱਚ ਹੈ, MSMEs ਵਗੈਰਾ ਦੇ ਵਿੱਚ, ਸੋ ਉੱਥੇ ਜਿਹੜਾ ਆ ਟਾਰਗੇਟ ਕਰਨਾ, ਹੈ ਨਾ। ਇਸੇ ਤਰ੍ਹਾਂ ਹੋਲਸੇਲ ਬੈਂਕਿੰਗ ਦੇ ਵਿੱਚ ਜਿਹੜਾ ਬਿਗ ਜਿਹੜੇ ਕਾਰਪੋਰੇਟਸ ਨੇ ਉਹਨਾਂ ਨੂੰ ਜਿਹੜਾ ਆ ਫੰਡਿੰਗ ਪ੍ਰੋਵਾਈਡ ਕੀਤੀ ਜਾਂਦੀ ਹੈ, ਰਾਈਟ। ਸੋ ਇਹਨਾਂ ਦਾ ਆਪਣਾ ਪਰਪਸ ਹੁੰਦਾ ਹੈ। ਸੋ ਯੂਨੀਵਰਸਲ ਕਮਰਸ਼ੀਅਲ ਬੈਂਕਿੰਗਸ ਦੇ ਵਿੱਚ ਪਬਲਿਕ, ਪ੍ਰਾਈਵੇਟ ਅਤੇ ਫੋਰਨ ਬੈਂਕਸ ਆਉਂਦੇ ਨੇ ਔਰ ਡਿਫਰੈਂਸ਼ੀਅਲ ਕਮਰਸ਼ੀਅਲ ਬੈਂਕਸ ਦੇ ਵਿੱਚ ਰੀਜਨਲ ਰੂਰਲ ਬੈਂਕਸ ਅਸੀਂ ਸਾਰਿਆਂ ਨੂੰ ਡਿਟੇਲ ਦੇ ਵਿੱਚ ਕਰਨਾ। ਦੈਨ ਲੋਕਲ ਏਰੀਆ ਬੈਂਕਸ ਆਉਂਦੇ ਨੇ, ਸਮਾਲ ਫਾਈਨਾਂਸ ਬੈਂਕਸ ਆਉਂਦੇ ਨੇ, ਪੇਮੈਂਟ ਬੈਂਕਸ ਅਤੇ ਹੋਲਸੇਲ ਬੈਂਕਸ ਜਿਹੜੇ ਆ, ਥੀਜ਼ ਆਰ ਪਾਰਟ ਆਫ ਡਿਫਰੈਂਸ਼ੀਅਲ ਕਮਰਸ਼ੀਅਲ ਬੈਂਕਿੰਗ।
ਸੋ ਇਹ ਸੀ ਕਮਰਸ਼ੀਅਲ ਬੈਂਕ। ਹੁਣ ਗੱਲ ਕਰਾਂਗੇ ਕੋਆਪਰੇਟਿਵ ਬੈਂਕਸ ਦੀ ਟਾਈਪਸ ਕੀ ਨੇ। ਕੋਆਪਰੇਟਿਵ ਬੈਂਕਸ ਜਿਹੜੇ 4 ਤਰ੍ਹਾਂ ਦੇ ਹੁੰਦੇ, ਅਰਬਨ ਕੋਆਪਰੇਟਿਵ, ਸਟੇਟ ਕੋਆਪਰੇਟਿਵ, ਸੈਂਟਰਲ ਕੋਆਪਰੇਟਿਵ ਤੇ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਜ਼, ਪੈਕਸ ਜਿਨ੍ਹਾਂ ਨੂੰ ਬੋਲਦੇ ਆ ਆਪਾਂ, ਰਾਈਟ। ਸੋ ਹੁਣ ਸਭ ਤੋਂ ਪਹਿਲਾਂ ਸਕੈਡਿਊਲਡ ਬੈਂਕਸ ਦੀ ਗੱਲ ਕਰੀਏ। ਆਪਾਂ ਪਹਿਲਾਂ ਵੀ ਸਟੱਡੀ ਕੀਤਾ ਸੀਗਾ ਕਿ ਜਿਹੜੇ RBI ਐਕਟ 1934 ਦੇ ਸੈਕਿੰਡ ਸਕੈਡਿਊਲ ਦੇ ਵਿੱਚ ਲਿਸਟਡ ਨੇ ਉਹਨਾਂ ਨੂੰ ਅਸੀਂ ਸਕੈਡਿਊਲਡ ਬੈਂਕ ਬੋਲਦੇ ਹਾਂ। ਔਰ ਜੋ ਵੀ ਸੈਕਸ਼ਨ 42 ਸਬ ਸੈਕਸ਼ਨ 6 ਸਬ ਸੈਕਸ਼ਨ A ਆਫ RBI ਐਕਟ 1934 ਦੇ ਅੰਡਰ ਜੋ ਵੀ ਪ੍ਰੋਵੀਜ਼ਨਸ ਦਿੱਤੀਆਂ ਹੋਈਆਂ ਨੇ ਸੈਕਿੰਡ ਸਕੈਡਿਊਲ ਦੇ ਵਿੱਚ, ਉਹਨਾਂ ਨੂੰ ਜਿਹੜੇ ਬੈਂਕ ਸੈਟਿਸਫਾਈ ਕਰਦੇ ਨੇ ਉਹਨਾਂ ਨੂੰ ਆਪਾਂ ਸਕੈਡਿਊਲਡ ਬੈਂਕਸ ਬੋਲਦੇ ਨੇ। ਤੀਸਰਾ ਕਿ ਜਿਹੜੇ ਸਕੈਡਿਊਲਡ ਬੈਂਕਸ ਹੁੰਦੇ ਨੇ ਉਹਨਾਂ ਦੀ ਮਿਨੀਮਮ ਪੇਡ ਅਪ ਕੈਪੀਟਲ ਜਿਹੜੀ ਹੈ ਉਹ 5 ਲੱਖ ਰੁਪਏ ਹੋਣੀ ਚਾਹੀਦੀ ਹੈ। ਔਰ ਕੋਈ ਵੀ ਉਹ ਇਸ ਤਰ੍ਹਾਂ ਦਾ ਬਿਜ਼ਨਸ ਨਹੀਂ ਕਰਨਗੇ ਜਿਹਦੇ ਨਾਲ ਜਿਹੜੇ ਡਿਪੋਜ਼ਿਟਰਸ ਨੇ ਉਹਨਾਂ ਦਾ ਇੰਟਰਸਟ ਜਿਹੜਾ ਹਾਰਮ ਹੋਵੇ, ਰਾਈਟ। ਔਰ ਇਹ ਜਿੰਨੇ ਵੀ ਸਕੈਡਿਊਲਡ ਬੈਂਕਸ ਨੇ ਇੱਕ ਕਾਰਪੋਰੇਸ਼ਨ ਵਾਂਗ ਹੋਣਾ ਚਾਹੀਦਾ। ਕੋਈ ਇੱਕ ਸੋਲ ਬੰਦਾ ਆ, ਸੋਲ ਪ੍ਰੋਪਰਾਈਟਰਸ਼ਿਪ ਜਾਂ ਪਾਰਟਨਰਸ਼ਿਪ ਦੇ ਵਿੱਚ, ਪਾਰਟਨਰਸ਼ਿਪ ਕੀ ਹੁੰਦਾ ਜਦੋਂ ਆਪਾਂ ਇੱਕ ਤੋਂ ਵੱਧ, ਦੋ ਜਾਂ ਨਹੀਂ, ਦੋ ਤੋਂ ਵੱਧ ਕਿਸੇ ਨਾਲ ਪਾਰਟਨਰਸ਼ਿਪ ਕਰਦੇ ਹਾਂ। ਸੋਲ ਪ੍ਰੋਪਰਾਈਟਰਸ਼ਿਪ ਹੁੰਦਾ ਕਿ ਜਿਹਦੇ ਵਿੱਚ ਇੱਕੋ ਹੀ ਇੰਡੀਵਿਜੂਅਲ ਦੇ ਕੋਲ ਜਿਹੜੀ ਹੈ ਸਾਰੀ ਅਥਾਰਟੀ ਹੁੰਦੀ ਹੈ। ਸੋ ਜਿਹੜਾ ਸਕੈਡਿਊਲਡ ਬੈਂਕ ਹੈ ਉਹ ਨਾ ਤਾਂ ਸੋਲ ਪ੍ਰੋਪਰਾਈਟਰਸ਼ਿਪ ਹੋਣੀ ਚਾਹੀਦੀ ਹੈ, ਨਾ ਹੀ ਪਾਰਟਨਰਸ਼ਿਪ ਫਾਰਮ ਹੋਣੀ ਚਾਹੀਦੀ ਹੈ, ਇੱਕ ਕੋਆਪਰੇਸ਼ਨ ਹੋਣੀ ਚਾਹੀਦੀ ਹੈ। ਦੈਨ ਉਸ ਤੋਂ ਬਾਅਦ ਇਸ ਤੋਂ ਇਲਾਵਾ ਕੁਝ ਹੋਰ ਓਬਲੀਗੇਸ਼ਨਸ ਨੇ ਜਿਹੜੀਆਂ ਸਕੈਡਿਊਲਡ ਬੈਂਕਸ ਨੂੰ ਫੁਲਫਿਲ ਕਰਨੀਆਂ ਹੁੰਦੀਆਂ ਨੇ, ਜਿਵੇਂ ਕਿ ਸਭ ਤੋਂ ਪਹਿਲਾਂ ਤਾਂ ਜਿਹੜੇ RBI ਹੈ ਉਹਦੇ ਕੋਲ ਕੁਝ ਰਿਜ਼ਰਵਸ ਮੇਨਟੇਨ ਕਰਕੇ ਰੱਖਣੇ ਹੁੰਦੇ, ਜਿਵੇਂ ਜਿਹਨੂੰ ਆਪਾਂ CRR ਬੋਲ ਦਿੰਦੇ ਹਾਂ, ਕੈਸ਼ ਰਿਜ਼ਰਵ ਰੇਸ਼ੋ, ਰਾਈਟ, ਜਿਵੇਂ ਜੋ ਐਟ ਪ੍ਰੈਜ਼ੈਂਟ 4% ਹੈ। ਐਂਡ ਦੇ ਮਸਟ ਸਬਮਿਟ ਦਾ ਪ੍ਰੋਡਕਟ ਰਿਟਰਨਸ ਟੂ ਦੀ RBI, ਜੋ ਵੀ ਰਿਟਰਨਸ ਨੇ ਉਹ RBI ਦੇ ਕੋਲ ਉਹਨਾਂ ਨੂੰ ਫਾਈਲ ਕਰਨੀਆਂ ਹੁੰਦੀਆਂ ਨੇ। ਇਸ ਤੋਂ ਇਲਾਵਾ ਸਕੈਡਿਊਲਡ ਬੈਂਕਸ ਜਿਹੜੇ ਕੁਝ ਸਰਟਨ ਰਾਈਟਸ ਇੰਜੋਏ ਕਰਦੇ ਆ, ਜਿਵੇਂ ਕਿ ਇਹਨਾਂ ਨੂੰ ਸੈਂਟਰਲ ਬੈਂਕ ਵੱਲੋਂ, RBI ਵੱਲੋਂ ਕੁਝ ਫਾਈਨਾਂਸਿੰਗ ਫੈਸਿਲਿਟੀਜ਼ ਮਿਲਦੀਆਂ ਨੇ। ਦੈਨ ਜੋ ਰੈਪੋ ਰੇਟ ਹੁੰਦਾ ਉਹਦੇ 'ਤੇ RBI ਦੇ ਕੋਲ ਇਹ ਲੋਨ ਲੈ ਸਕਦੇ ਨੇ ਸ਼ਾਰਟ ਟਰਮ ਲਈ ਆਪਣੀ ਲਿਕੁਇਡਿਟੀ ਨੂੰ ਐਡਜਸਟ ਕਰਨ ਲਈ, ਠੀਕ ਹੈ। ਦੈਨ ਦੇ ਆਰ ਇੰਟਾਈਟਲ ਟੂ ਕਰੰਸੀ ਚੈਸਟ ਫੈਸਿਲਿਟੀ ਐਂਡ ਦੇ ਹੈਵ ਰਾਈਟ ਟੂ ਬਿਕਮ ਮੈਂਬਰਸ ਆਫ ਕਲੀਅਰਿੰਗ ਹਾਊਸ। ਕਲੀਅਰਿੰਗ ਹਾਊਸ ਕੀ ਹੁੰਦਾ, ਜਿੱਥੇ ਚੈਕਸ ਤੇ ਟਰਾਂਸਫਰਸ ਵਗੈਰਾ ਜਿਹੜੇ ਆ ਕਲੀਅਰ ਕਰਕੇ ਮੈਂਬਰ ਬੈਂਕਸ ਦੇ ਵਿੱਚ ਜਿਹੜਾ ਪੈਸਾ ਹੈ ਡਿਸਟਰੀਬਿਊਟ ਕੀਤਾ ਜਾਂਦਾ ਹੈ। ਔਰ ਕਰੰਸੀ ਚੈਸਟ ਫੈਸਿਲਿਟੀ ਕੀ ਹੁੰਦਾ ਹੈ, ਕਰੰਸੀ ਚੈਸਟ ਫੈਸਿਲਿਟੀਜ਼ ਜਿਹੜੀਆਂ ਕੁਝ ਸਿਲੈਕਟਡ ਬ੍ਰਾਂਚਿਸ ਹੁੰਦੀਆਂ ਨੇ ਬੈਂਕਸ ਦੀਆਂ, ਜਿਹੜਾ RBI ਸਿਲੈਕਟ ਕਰਦਾ। ਮੰਨ ਲਓ RBI ਨੇ SBI ਦੀਆਂ ਕੁਝ ਬ੍ਰਾਂਚਿਸ ਨੂੰ ਸਿਲੈਕਟ ਕੀਤਾ ਹੋਏਗਾ ਜਿਹਦੇ ਵਿੱਚ ਜਿਹੜੇ ਪੈਸੇ ਆ, ਠੀਕ ਹੈ, ਰੁਪੀ ਨੋਟਸ ਆ ਜਾਂ ਕੋਇਨਸ ਜਿਹੜੇ ਆ ਉਹ ਸਟਾਕ ਕਰਕੇ ਰੱਖੇ ਜਾਂਦੇ ਆ। ਹੁਣ ਇਹ ਜਿੰਨਾ ਵੀ ਪੈਸਾ ਪ੍ਰੈਸ ਦੇ ਵਿੱਚ ਛਪਦਾ ਆ, ਨੋਟ ਪ੍ਰੈਸ ਦੇ ਵਿੱਚ ਛਪਦਾ ਆ, ਜਾਂ ਜਿੰਨੇ ਵੀ ਸਿੱਕੇ ਜਿਹੜੇ ਆ ਮਿੰਟਸ ਦੇ ਵਿੱਚ ਬਣਦੇ ਨੇ, ਟਕਸਾਲ ਜਿਹਨੂੰ ਆਪਾਂ ਕਹਿ ਦਿੰਦੇ ਆ, ਸੋ ਉਹ ਸਾਰੇ ਨੋਟ ਤੇ ਉਹ ਸਾਰੇ ਸਿੱਕੇ ਜਿਹੜੇ ਆ ਉਹ RBI ਦੀਆਂ ਡਿਫਰੈਂਟ ਜਿਹੜੇ ਬ੍ਰਾਂਚ ਆਫਿਸਿਸ ਨੇ ਉਹ ਰਿਸੀਵ ਕਰਦੇ ਨੇ ਜਿੱਥੇ ਜਿੱਥੇ ਵੀ ਹੈਗੇ ਨੇ, ਠੀਕ ਹੈ, ਉੱਥੋਂ। ਤੇ ਫਿਰ ਇਹ ਜਿਹੜੇ ਉਹ ਨੋਟ ਜਦੋਂ ਰਿਸੀਵ ਕਰਦੇ ਆ ਤੇ ਦੈਨ ਦੇ ਆਰ ਸੈਂਟ ਟੂ ਦੋਜ਼ ਬ੍ਰਾਂਚਿਸ ਵਿਚ ਆਰ ਸਿਲੈਕਟਡ ਬਾਏ RBI ਟੂ ਸਟਾਕ ਰੁਪੀ ਨੋਟਸ ਐਂਡ ਕੋਇਨਸ, ਠੀਕ ਹੈ। ਫਿਰ ਉਹ ਉੱਥੇ ਭੇਜੇ ਜਾਂਦੇ ਆ ਜਿਹੜੀਆਂ ਕਿ RBI ਨੇ ਬ੍ਰਾਂਚਿਸ ਸਿਲੈਕਟ ਕੀਤੀਆਂ, ਜਿਵੇਂ SBI ਦੀ ਆਪਾਂ ਗੱਲ ਕਰ ਰਹੇ ਹਾਂ। ਸੋ ਉਹ ਜਿਹੜੀਆਂ ਸਿਲੈਕਟਡ ਬ੍ਰਾਂਚਿਸ ਨੇ ਉਹਨਾਂ ਨੂੰ ਹੀ ਕਰੰਸੀ ਚੈਸਟ ਜਿਹੜਾ ਕਿਹਾ ਜਾਂਦਾ ਹੈ। ਸੋ ਐਟ ਪ੍ਰੈਜ਼ੈਂਟ ਅਰਾਊਂਡ 5000 ਕਰੰਸੀ ਚੈਸਟ ਹੈਗੀਆਂ ਨੇ ਆਲ ਓਵਰ ਦਾ ਕੰਟਰੀ। ਦੈਨ ਕਲੀਅਰਿੰਗ ਹਾਊਸ ਕੀ ਹੈ, ਕਲੀਅਰਿੰਗ ਹਾਊਸ ਉਹ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ ਜਿਹੜੇ ਕਿ ਚੈੱਕ ਵਗੈਰਾ ਕਲੀਅਰ ਕਰਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਪੈਸਾ ਆ ਉਹ ਡਿਫਰੈਂਟ ਮੈਂਬਰ ਬੈਂਕਸ ਦੇ ਵਿੱਚ ਟ੍ਰਾਂਸਫਰ ਕੀਤਾ ਜਾਂਦਾ ਹੈ। ਐਟ ਪ੍ਰੈਜ਼ੈਂਟ ਇਹ ਜਿਹੜਾ ਕੰਮ ਹੈਗਾ ਹੈ ਇਹ ਕੀਤਾ ਜਾਂਦਾ ਥਰੂ 9 ਡਿਜਿਟ ਮੈਗਨੈਟਿਕ ਇਨਕ ਕੈਰੈਕਟਰ ਰੈਕੋਗਨੀਸ਼ਨ ਮਾਈਕਰ ਕੋਡ ਦੇ ਥਰੂ, ਠੀਕ ਹੈ। ਐਂਡ RBI ਤੇ ਉਸ ਦੀਆਂ ਬ੍ਰਾਂਚ ਆਫਿਸਿਸ SBI ਤੇ PSU ਬੈਂਕਸ ਜਿਹੜੇ ਕਲੀਅਰਿੰਗ ਹਾਊਸ ਦੀ ਤਰ੍ਹਾਂ ਕੰਮ ਕਰਦੇ ਨੇ। ਇਸ ਤੋਂ ਇਲਾਵਾ ਆਪਾਂ ਗੱਲ ਕੀਤੀ ਸੀਗੀ ਕਿ ਜਿਹੜੇ ਸਕੈਡਿਊਲਡ ਬੈਂਕਸ ਹੁੰਦੇ ਨੇ 2 ਤਰ੍ਹਾਂ ਦੇ ਹੁੰਦੇ ਨੇ, ਕਮਰਸ਼ੀਅਲ ਤੇ ਕੋਆਪਰੇਟਿਵ, ਠੀਕ ਆ। ਐਂਡ ਇੱਕ ਚੀਜ਼ ਹੋਰ ਆਪਾਂ ਇਹ ਵੀ ਲਾਸਟ ਵੀ ਕੀਤਾ ਸੀਗਾ, ਦੁਬਾਰਾ ਰਿਪੀਟ ਕਰ ਰਹੇ ਹਾਂ ਕਿ ਜਿਹੜੇ ਪਬਲਿਕ ਡਿਪੋਜ਼ਿਟਸ ਹੁੰਦੇ ਨੇ ਸਕੈਡਿਊਲਡ ਬੈਂਕਸ ਦੇ ਵਿੱਚ ਉਹਨਾਂ ਦੀ ਇੰਸ਼ੋਰੈਂਸ ਜਿਹੜੀ ਹੈ ਉਹ ਡਿਪੋਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ ਦੀ ਤਰਫ ਤੋਂ ਹੁੰਦੀ ਹੈ, ਜਿਹਦੇ ਵਿੱਚ 5 ਲੱਖ ਰੁਪਇਆ ਇਸ ਵੇਲੇ ਐਟ ਪ੍ਰੈਜ਼ੈਂਟ। ਇਸ ਤੋਂ ਪਹਿਲਾਂ ਜਦੋਂ PMC ਦਾ ਘਟਾਲਾ ਜਿਹਾ ਸਾਹਮਣੇ ਆਇਆ ਸੀ ਉਸ ਤੋਂ ਪਹਿਲਾਂ 1 ਲੱਖ ਸੀਗੀ ਇਹਦੀ ਲਿਮਿਟ, ਤੇ ਉਸ ਤੋਂ ਬਾਅਦ ਇਹਨਾਂ ਨੇ ਵਧਾ ਕੇ ਜਿਹੜੀ ਹੈ 5 ਲੱਖ ਕਰ ਦਿੱਤੀ ਹੈ, ਠੀਕ ਹੈ। ਅਪ ਟੂ 5 ਲੱਖ ਜਿਹੜੇ ਡਿਪੋਜ਼ਿਟਸ ਨੇ ਉਹ ਇਨ ਕੇਸ ਬੈਂਕ ਡਿਫਾਲਟ ਕਰ ਜਾਂਦਾ ਹੈ ਤੇ ਉਹਨੂੰ ਜਿਹੜੇ ਹੈ ਬਾਅਦ ਵਿੱਚ ਮਿਨੀਮਮ ਇੰਨੇ ਤਾਂ ਪੇ ਕਰਨੇ ਹੀ ਪੈਣਗੇ।
ਨੋਨ ਸਕੈਡਿਊਲਡ ਬੈਂਕਸ ਮਤਲਬ ਜਿਹੜੇ ਸੈਕੰਡ ਸਕੈਡਿਊਲ ਦੇ ਵਿੱਚ ਲਿਸਟਡ ਨਹੀਂ ਹੈ ਆਰਬੀਆਈ ਐਕਟ 1934 ਦੇ, ਤੇ ਨਾ ਹੀ ਉਹਦੀਆਂ ਪ੍ਰੋਵੀਜ਼ਨਸ ਨਾਲ ਕੰਪਲਾਈ ਕਰਦੇ ਨੇ। ਤੇ ਦੂਸਰੀ ਗੱਲ, ਜਿਹੜੇ ਨੋਨ ਸਕੈਡਿਊਲਡ ਬੈਂਕਸ ਹੁੰਦੇ ਨੇ ਉਹਨਾਂ ਦੇ ਡਿਪੋਜ਼ਿਟਰਸ ਦਾ ਇੰਟਰਸਟ ਜਿਹੜਾ ਆ ਉਹ ਆਰਬੀਆਈ ਨਹੀਂ ਪ੍ਰੋਟੈਕਟ ਕਰਦਾ, ਜਿਵੇਂ ਕਿ ਸਕੈਡਿਊਲਡ ਬੈਂਕਸ ਦੇ ਅੰਡਰ ਡੀਸੀਜੀਸੀ ਕਰਦਾ ਹੈ। ਠੀਕ ਹੈ, ਡਿਪੋਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਰੰਟੀ ਕਾਰਪੋਰੇਸ਼ਨ ਕਰਦਾ ਨਾ, ਇਹਦੇ ਅੰਡਰ ਇੱਦਾਂ ਦਾ ਕੁਛ ਨਹੀਂ ਹੈ। ਐਂਡ ਦੂਸਰੀ ਗੱਲ, ਜਿਵੇਂ ਉਹਦੇ ਵਿੱਚ ਸਕੈਡਿਊਲਡ ਬੈਂਕਸ ਨੂੰ ਸੀਆਰਆਰ ਦੀ ਫਾਰਮ ਦੇ ਵਿੱਚ ਕੁਛ ਪੈਸਾ ਜਿਹੜਾ 4% ਜਿਵੇਂ ਐਟ ਪ੍ਰੈਜ਼ੈਂਟ ਹੈ ਆਫ ਦਾ ਐਨਡੀਟੀਐਲ ਉਹ ਆਰਬੀਆਈ ਦੇ ਕੋਲ ਪਾਰਕ ਕਰਨਾ ਹੁੰਦਾ, ਬਟ ਇਹਦੇ 'ਚ ਕੋਈ ਵੀ ਇੱਦਾਂ ਦੀ ਫੈਸਿਲਿਟੀ ਨਹੀਂ ਹੈ। ਉਹਨਾਂ ਨੂੰ ਜੋ ਵੀ ਕੈਸ਼ ਰਿਜ਼ਰਵ ਰੇਸ਼ੋ ਹੈ ਬੈਂਕਸ ਨੂੰ ਆਪਣੇ ਨਾਲ ਹੀ ਪਾਰਕ ਕਰਕੇ ਰੱਖਣਾ ਪੈਂਦਾ ਹੈ। ਜਿਵੇਂ ਜੰਮੂ ਐਂਡ ਕਸ਼ਮੀਰ ਬੈਂਕ ਦੀ ਆਪਾਂ ਐਗਜ਼ਾਮਪਲ ਕੀਤੀ ਸੀ ਲਾਸਟ, ਹੈ ਨਾ, ਨੋਨ ਸਕੈਡਿਊਲਡ ਬੈਂਕਸ ਦੇ ਵਿੱਚ। ਸਕੈਡਿਊਲਡ ਬੈਂਕਸ ਦੀ ਤਰ੍ਹਾਂ ਨੋਨ ਸਕੈਡਿਊਲਡ ਬੈਂਕਸ ਵੀ ਸੇਮ ਦੋ ਤਰ੍ਹਾਂ ਦੇ ਹੁੰਦੇ ਨੇ, ਕਮਰਸ਼ੀਅਲ ਤੇ ਕੋਆਪਰੇਟਿਵ। ਕਮਰਸ਼ੀਅਲ ਬੈਂਕਸ ਜਿਵੇਂ ਲੋਕਲ ਏਰੀਆ ਬੈਂਕ ਨੋਨ ਸਕੈਡਿਊਲਡ ਬੈਂਕਸ ਹੁੰਦੇ ਨੇ, ਜਿਵੇਂ ਜੰਮੂ ਐਂਡ ਕਸ਼ਮੀਰ ਬੈਂਕ ਦੀ ਆਪਾਂ ਗੱਲ ਕੀਤੀ। ਦੈਨ ਉਸ ਤੋਂ ਬਾਅਦ ਨੋਨ ਸਕੈਡਿਊਲਡ ਕੋਆਪਰੇਟਿਵ ਬੈਂਕਸ ਦੇ ਵਿੱਚ ਨੋਨ ਸਕੈਡਿਊਲਡ ਸਟੇਟ ਕੋਆਪਰੇਟਿਵ ਬੈਂਕਸ ਆਉਂਦੇ ਨੇ, ਪਲੱਸ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੁਸਾਇਟੀ ਪੈਕਸ ਜਿਹੜੀਆਂ ਉਹ ਵੀ ਨੋਨ ਸਕੈਡਿਊਲਡ ਕੋਆਪਰੇਟਿਵ ਬੈਂਕਸ ਦੇ ਅੰਡਰ ਆਉਂਦਾ, ਰਾਈਟ। ਸੋ ਇਹ ਯਾਦ ਰੱਖਣਾ ਹੈ ਤੁਸੀਂ। ਕਮਰਸ਼ੀਅਲ ਬੈਂਕਸ ਦੀ ਆਪਾਂ ਗੱਲ ਕਰੀਏ ਤੇ ਮੇਨ ਜਿੱਦਾਂ ਕੋਆਪਰੇਟਿਵ ਬੈਂਕ ਦਾ ਮੇਨ ਮੋਟਿਵ ਹੁੰਦਾ ਵੈਲਫੇਅਰ ਕਰਨਾ, ਹੈ ਨਾ, ਔਰ ਜਾਂ ਜੋ ਵੀ ਟਾਰਗੇਟ ਗਰੁੱਪ ਹੈ ਉਹਦੀ ਜੋ ਨੀਡਸ ਹੈ ਉਹਨੂੰ ਫੁੱਲਫਿਲ ਕਰਨਾ। ਬਟ ਕਮਰਸ਼ੀਅਲ ਬੈਂਕਸ ਦਾ ਮੇਨ ਮੋਟਿਵ ਪ੍ਰੋਫਿਟ ਮੇਕਿੰਗ ਵੀ ਹੁੰਦਾ ਤੇ ਨਾਲ ਦੇ ਨਾਲ ਜੋ ਕਸਟਮਰਸ ਨੇ ਉਹਨਾਂ ਨੂੰ ਜੋ ਵੀ ਫਾਈਨੈਂਸ਼ੀਅਲ ਸਰਵਿਸਿਜ਼ ਨੇ ਉਹ ਪ੍ਰੋਵਾਈਡ ਕਰਨੀਆਂ, right? So it is the most important component of banking system in India, and banking regulation 1949 ਜਿਹੜਾ ਆ ਉਹ empower ਕਰਦਾ RBI ਨੂੰ to inspect and supervise commercial banks। ਇਸ ਤੋਂ ਇਲਾਵਾ ਕਮਰਸ਼ੀਅਲ ਬੈਂਕਸ ਨੂੰ ਕੈਸ਼ ਰਿਜ਼ਰਵ ਰੇਸ਼ੋ ਤੇ ਸਟੈਚੂਟਰੀ ਲਿਕੁਇਡਿਟੀ ਰੇਸ਼ੋ ਮੇਨਟੇਨ ਕਰਕੇ ਰੱਖਣੀ ਹੁੰਦੀ ਹੈ। ਐਂਡ ਮਿਨੀਮਮ ਪ੍ਰਾਇਓਰਿਟੀ ਸੈਕਟਰ ਲੈਂਡਿੰਗ ਜਿਹੜੀ ਕਿ 40% ਹੈ, ਜਿਹੜੀ ਆਪਾਂ ਪੜ੍ਹਿਆ ਸੀ ਲਾਸਟ ਵੀਡੀਓ ਦੇ ਵਿੱਚ ਕਿ ਡਿਫਰੈਂਟ ਕਿਹੜੇ ਸੈਕਟਰਸ ਆਉਂਦੇ ਇਹਦੇ ਵਿੱਚ, ਉਹਦੇ ਐਗਰੀਕਲਚਰ ਵਗੈਰਾ ਹੋ ਗਿਆ, MSMEs ਹੋ ਗਿਆ, ਹਾਊਸਿੰਗ ਹੋ ਗਿਆ, ਐਜੂਕੇਸ਼ਨ ਹੋ ਗਿਆ, ਸੋਸ਼ਲ ਇੰਟਰਸਟ ਵਗੈਰਾ, ਹੈ ਨਾ। ਸੋ ਉਸ ਸੈਕਟਰਸ ਨੂੰ ਮਿਨੀਮਮ 40% ਆਫ ਦੇਅਰ ਟੋਟਲ ਲੋਨਸ ਔਰ ਐਡਜਸਟਡ ਨੈਟ ਬੈਂਕ ਕ੍ਰੈਡਿਟ, ਜਿੰਨਾ ਵੀ ਕ੍ਰੈਡਿਟ ਉਹਨਾਂ ਨੇ ਦੇਣਾ ਹੁੰਦਾ ਹੈ ਉਹ 'ਚੋਂ 40% ਘੱਟੋ ਘੱਟ ਜਿਹੜਾ ਇਸ ਸੈਕਟਰ ਨੂੰ ਦੇਣਾ ਹੁੰਦਾ। ਦੈਨ ਉਸ ਤੋਂ ਬਾਅਦ ਕਮਰਸ਼ੀਅਲ ਬੈਂਕਸ ਜਿਹੜੇ ਆ ਦੇ ਕੈਨ ਐਕਸੈਸ ਰੈਪੋ ਮਾਰਕੀਟ, ਠੀਕ ਹੈ, ਰੈਪੋ ਰੇਟ ਦੇ ਉੱਤੇ ਜਿਹੜਾ RBI ਦੇ ਕੋਲੋਂ ਲੋਨ ਲੈ ਸਕਦੇ ਨੇ। ਕੋਰ ਫੰਕਸ਼ਨਸ ਕੀ ਹੁੰਦੇ ਨੇ ਕਮਰਸ਼ੀਅਲ ਬੈਂਕਸ ਦੇ, ਕਿ ਜਿਵੇਂ ਕ੍ਰੈਡਿਟ ਕ੍ਰੀਏਸ਼ਨ, ਠੀਕ ਹੈ, ਲੋਕਾਂ ਨੂੰ ਲੋਨ ਪ੍ਰੋਵਾਈਡ ਕਰਨਾ। ਦੈਨ ਉਸ ਤੋਂ ਬਾਅਦ ਡਿਪੋਜ਼ਿਟਸ ਅਸੈਪਟ ਕਰਨੇ ਇਨ ਦਾ ਫਾਰਮ ਆਫ ਡਿਮਾਂਡ ਡਿਪੋਜ਼ਿਟਸ ਤੇ ਟਾਈਮ ਡਿਪੋਜ਼ਿਟਸ ਆਪਾਂ ਡਿਸਕਸ ਕਰ ਚੁੱਕੇ ਹਾਂ। ਇਹਨਾਂ ਦੇ ਵਿੱਚ ਡਿਫਰੈਂਸ ਕੀ ਹੁੰਦਾ, ਡਿਮਾਂਡ ਮਤਲਬ ਔਨ ਡਿਮਾਂਡ, ਜਿਵੇਂ ਅਸੀਂ ਪੈਸੇ ਕਢਾ ਲੈਂਦੇ ਹਾਂ ਥਰੂ ATM ਚੈਕਸ ਵਗੈਰਾ, ਐਂਡ ਟਾਈਮ ਡਿਪੋਜ਼ਿਟਸ ਜਿਨ੍ਹਾਂ ਦੇ ਉੱਤੇ ਡਿਮਾਂਡ ਤਾਂ ਹੁੰਦੀ ਹੈ ਬਟ ਟਾਈਮ ਲੱਗਦਾ ਪੈਸੇ ਕਢਾਉਣ 'ਤੇ, ਜਿਵੇਂ ਟੈਨੋਰ ਹੁੰਦੀ ਹੈ ਫਿਕਸ 5 ਈਅਰ ਦੀ, 10 ਈਅਰਸ ਦੀ, ਠੀਕ ਹੈ, FD ਵਗੈਰਾ ਦਾ ਐਗਜ਼ਾਮਪਲ ਹੈ, ਫਿਕਸ ਡਿਪੋਜ਼ਿਟ ਵਗੈਰਾ। ਦੈਨ ਇਸ਼ੂਇੰਗ ਬੈਂਕ ਡਰਾਫਟਸ ਐਂਡ ਚੈੱਕ ਡਰਾਫਟਸ। ਦੈਨ ਉਸ ਤੋਂ ਬਾਅਦ RTGS ਦੇ ਥਰੂ ਜਾਂ ਹੋਰ ਜਿਹੜੀਆਂ ਪੇਮੈਂਟ ਮੈਥਡਸ ਹੈ, ਭਾਵੇਂ ਨੈਫਟ ਦੇ ਥਰੂ ਪੇਮੈਂਟਸ ਨੂੰ ਪ੍ਰੋਸੈਸ ਕਰਨਾ, ਇੰਟਰਨੈਟ ਬੈਂਕਿੰਗ ਦੇ ਥਰੂ ਕਰਨਾ। ਦੈਨ ਕੈਸ਼ ਮੈਨੇਜਮੈਂਟ ਸਰਵਿਸਿਜ਼ ਪ੍ਰੋਵਾਈਡ ਕਰਦਾ, ਟ੍ਰੇਜਰੀ ਮੈਨੇਜਮੈਂਟ ਸਰਵਿਸਿਜ਼ ਪ੍ਰੋਵਾਈਡ ਕਰਦਾ। ਅਤੇ ਇਸ ਤੋਂ ਇਲਾਵਾ ਜਿਹੜੀ ਪ੍ਰਾਈਵੇਟ ਇਕੁਇਟੀ ਹੁੰਦੀ ਹੈ ਉਹਨੂੰ ਵੀ ਫਾਈਨਾਂਸ ਕਰਨ ਦਾ ਕੰਮ ਕਰਦਾ, ਬਟ ਖੁਦ ਜਿਹੜੇ ਕਮਰਸ਼ੀਅਲ ਬੈਂਕਸ ਨੇ ਉਹ ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚ ਇਨਵੈਸਟ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਚੈੱਕਸ ਵਗੈਰਾ ਕਲੀਅਰ ਕਰਦੇ ਆ, ਕਲੈਕਟ ਕਰਦੇ ਆ, ਬਾਕੀ ਸਾਨੂੰ ਕਈ ਤਰ੍ਹਾਂ ਦੀਆਂ ਚੀਜ਼ਾਂ ਪ੍ਰੋਵਾਈਡ ਕਰਦੇ, ਇੰਸ਼ੋਰੈਂਸ ਹੋ ਗਿਆ, ਮਿਊਚੁਅਲ ਫੰਡਸ, ਪੈਨਸ਼ਨ ਫੰਡਸ। ਦੈਨ ਉਸ ਤੋਂ ਇਲਾਵਾ ਜਿਹੜੇ ਫੋਰਨ ਐਕਸਚੇਂਜ ਟ੍ਰਾਂਜੈਕਸ਼ਨਸ ਹੁੰਦੇ ਨੇ, ਭਾਵੇਂ ਇੰਡੀਵਿਜੂਅਲਸ ਲਈ ਹੋਵੇ, ਜਿੱਦਾਂ ਆਪਾਂ ਪੈਸੇ ਮੰਗਾਉਂਦੇ ਹਾਂ ਬਾਹਰੋਂ ਜਾਂ ਭੇਜਦੇ ਹਾਂ, ਠੀਕ ਹੈ, ਚਾਹੇ ਉਹ ਬਿਜ਼ਨਸਿਸ ਲਈ ਹੋਵੇ, ਉਹਦੇ ਵਿੱਚ ਡੀਲ ਕਰਦੇ ਨੇ। ਦੈਨ ਦੇ ਆਲਸੋ ਪਰਚੇਜ਼ ਐਂਡ ਸੈਲ ਸਿਕਿਉਰਿਟੀ ਸਰਵਿਸਿਜ਼ ਟੂ ਕਲਾਇੰਟਸ, ਦੇ ਅਸੈਪਟ ਟੈਕਸ ਪ੍ਰੋਸੀਡਸ ਐਂਡ ਟੈਕਸ ਰਿਟਰਨਸ। ਸੋ ਜਦੋਂ ਆਪਾਂ ਕਮਰਸ਼ੀਅਲ ਬੈਂਕਸ ਦੀ ਗੱਲ ਕਰ ਰਹੇ ਹਾਂ ਇਹਨਾਂ ਦੇ ਫੰਕਸ਼ਨਸ ਦੀ, ਚਾਹੇ ਉਹ ਏਜੰਸੀ ਫੰਕਸ਼ਨ ਹੈ, ਯੂਟਿਲਿਟੀ ਫੰਕਸ਼ਨਸ ਹੈ, ਦੈਟ ਮੀਨਸ ਕਿ ਉਹਦੇ ਵਿੱਚ ਸਾਰੇ ਹੀ ਕਮਰਸ਼ੀਅਲ ਬੈਂਕਸ ਆ ਰਹੇ ਨੇ, ਰਾਈਟ, ਜਿਨ੍ਹਾਂ ਦੇ ਬਾਰੇ ਆਪਾਂ ਪੜ੍ਹਿਆ ਸੀਗਾ, ਜਿਵੇਂ ਪਬਲਿਕ ਸੈਕਟਰ ਬੈਂਕਸ ਹੋ ਗਏ, ਜਿਵੇਂ ਪ੍ਰਾਈਵੇਟ ਸੈਕਟਰ ਬੈਂਕਸ ਹੋ ਗਏ, ਫੋਰਨ ਬੈਂਕਸ ਹੋ ਗਏ। ਸੋ ਉਹਨਾਂ ਨੂੰ ਆਲ ਤੁਸੀਂ ਫੰਕਸ਼ਨਸ ਇਹਦੇ ਰੀਡ ਕਰਨੇ ਆ, ਸਾਰਿਆਂ ਨੂੰ ਧਿਆਨ 'ਚ ਰੱਖ ਕੇ। ਸੋ ਕਮਰਸ਼ੀਅਲ ਬੈਂਕਸ ਦੇ ਯੂਟਿਲਿਟੀ ਫੰਕਸ਼ਨਸ ਦੇਖੀਏ ਤਾਂ ਆਪਾਂ ਉਹਦੇ ਵਿੱਚ ਜਿਹੜੇ ਸੇਫ ਡਿਪੋਜ਼ਿਟਸ ਕਰਵਾ ਸਕਦੇ ਹਾਂ ਨਾ, ਗੋਲਡ ਵਗੈਰਾ ਵੀ ਜਮ੍ਹਾਂ ਕਰਾ ਸਕਦੇ ਹਾਂ, ਪੈਸੇ ਟ੍ਰਾਂਸਫਰ ਕਰ ਸਕਦੇ ਹਾਂ। ਦੈਨ ਉਸ ਤੋਂ ਬਾਅਦ ਆਪਣੇ ਬਿੱਲ ਜਿਹੜੇ ਹੁੰਦੇ ਆ ਉਹ ਪੇ ਕਰ ਸਕਦੇ ਹਾਂ। ਕਾਰਡ ਸਾਨੂੰ ਮਿਲਦੇ ਨੇ, ਕ੍ਰੈਡਿਟ ਕਾਰਡਸ ਮਿਲਦੇ ਨੇ, ਡੈਬਿਟ ਕਾਰਡਸ ਮਿਲਦੇ ਨੇ। ਸੋ ਯੂਨੀਵਰਸਲ ਕਮਰਸ਼ੀਅਲ ਬੈਂਕਸ ਦੀ ਆਪਾਂ ਗੱਲ ਕੀਤੀ। ਪਬਲਿਕ ਬੈਂਕਸ ਦੇ ਵਿੱਚ ਜਿਹੜੇ ਮੇਨ ਆਪਾਂ ਹੁਣੇ ਗੱਲ ਕਰ ਰਹੇ ਸੀਗੇ, ਪਬਲਿਕ, ਪ੍ਰਾਈਵੇਟ ਅਤੇ ਫੋਰਨ ਬੈਂਕਸ ਹੁੰਦੇ। ਸੋ ਪਬਲਿਕ ਬੈਂਕਸ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਜਿੰਨੇ ਵੀ ਨੈਸ਼ਨਲਾਈਜ਼ਡ ਬੈਂਕਸ ਨੇ, ਨੈਸ਼ਨਲਾਈਜ਼ਡ ਬੈਂਕਸ ਮਤਲਬ ਕਿ ਜਿਨ੍ਹਾਂ ਦਾ 51% ਤੋਂ ਜ਼ਿਆਦਾ ਸ਼ੇਅਰ ਜਿਹੜਾ ਗਵਰਨਮੈਂਟ ਦੇ ਕੰਟਰੋਲ ਦੇ ਕੋਲ ਹੈ, ਰਾਈਟ। ਦੈਨ ਉਸ ਤੋਂ ਬਾਅਦ ਹੈਗਾ ਕਿ ਇਹ ਜਿਹੜੇ ਜਿੰਨੇ ਵੀ ਅਕਾਊਂਟ ਨੇ ਪਬਲਿਕ ਬੈਂਕਸ
है ना, ये सारे मोर दैन 75% ਜਿਹੜਾ ਇੰਡੀਆ ਦਾ ਟੋਟਲ ਬੈਂਕਿੰਗ ਨੂੰ ਕਨਸਟੀਟਿਊਟ ਕਰਦੇ ਆ। ਐਂਡ SBI ਲਾਰਜੈਸਟ ਬੈਂਕ ਆ ਇੰਡੀਆ ਦੇ ਵਿੱਚ ਵੀ, ਔਰ ਅਗਰ ਵਰਲਡ ਵਾਈਜ਼ ਦੇਖਿਆ ਜਾਏ ਆਫਟਰ ਮਰਜਰ, ਠੀਕ ਹੈ, ਜਿਹੜੇ ਇਹਦੀਆਂ ਬਾਕੀ ਜੋ ਸਬਸਿਡਰੀ ਸੀ ਜਦੋਂ ਮਰਜ ਹੋ ਗਈਆਂ, ਸੋ ਆਫਟਰ ਮਰਜਰ ਇਹ ਟੌਪ 50 ਬੈਂਕਸ ਦੇ ਵਿੱਚ ਆਉਂਦਾ ਵਰਲਡ ਦੇ। ਐਂਡ ਐਜ਼ ਔਨ ਜੂਨ 2020 ਦੇਰ ਆਰ 12 ਨੈਸ਼ਨਲਾਈਜ਼ਡ ਬੈਂਕਸ ਇਨ ਇੰਡੀਆ। FDI ਲਿਮਿਟ ਜਿਹੜੀ ਹੈ ਪਬਲਿਕ ਸੈਕਟਰ ਬੈਂਕਸ ਦੇ ਵਿੱਚ ਇੰਕਲੂਡਿੰਗ ਫੋਰਨ ਇੰਸਟੀਟਿਊਸ਼ਨਲ ਇਨਵੈਸਟਮੈਂਟ 20% ਹੈ, ਰਾਈਟ। ਪ੍ਰਾਈਵੇਟ ਬੈਂਕਸ ਇਨ ਇੰਡੀਆ, ਇਹਦੇ ਵਿੱਚ ਜਿਹੜਾ ਮੇਜਰ ਸਟੇਕ ਹੁੰਦਾ ਇਕੁਇਟੀ ਦੇ ਵਿੱਚ ਉਹ ਪ੍ਰਾਈਵੇਟ ਸ਼ੇਅਰ ਹੋਲਡਰਸ ਕੋਲ ਹੁੰਦਾ ਆ, ਬਟ ਜੋ ਵੀ ਬੈਂਕਿੰਗ ਦੀਆਂ ਰੂਲਸ ਐਂਡ ਰੈਗੂਲੇਸ਼ਨਸ ਨੇ RBI ਦੇ, ਉਹ ਪ੍ਰਾਈਵੇਟ ਸੈਕਟਰ ਕਮਰਸ਼ੀਅਲ ਬੈਂਕਸ 'ਤੇ ਵੀ ਉਸੇ ਤਰ੍ਹਾਂ ਹੀ ਐਪਲੀਕੇਬਲ ਹੁੰਦੇ ਨੇ। ਔਰ ਇਹਦੀ ਜਿਹੜੀ FDI ਲਿਮਿਟ ਹੈ ਇਨਕਲੂਡਿੰਗ ਫੋਰਨ ਇੰਸਟੀਟਿਊਸ਼ਨਲ ਇਨਵੈਸਟਮੈਂਟ, ਉਹ 74% ਹੈ, ਠੀਕ ਹੈ। ਪਬਲਿਕ ਦੇ ਵਿੱਚ 20% ਹੈ, ਪ੍ਰਾਈਵੇਟ ਦੇ ਵਿੱਚ 74% ਹੈ। ਔਰ ਮਿਨੀਮਮ ਪੇਡ ਅਪ ਕੈਪੀਟਲ ਜਿਹੜੀ ਹੈ 500 ਕਰੋੜ ਹੈ। ਦੈਨ ਉਸ ਤੋਂ ਬਾਅਦ ਜਿਹੜੇ ਪ੍ਰਾਈਵੇਟ ਬੈਂਕਸ ਨੇ, ਇਹ ਜਿੱਥੇ ਜਿਸ ਏਰੀਆਜ਼ ਦੇ ਵਿੱਚ ਸਪੈਸ਼ਲੀ ਰੂਰਲ ਏਰੀਆਜ਼ ਦੀ ਅਗਰ ਆਪਾਂ ਗੱਲ ਕਰੀਏ, ਉਹਨਾਂ ਰੂਰਲ ਏਰੀਆਜ਼ ਦੇ ਵਿੱਚ ਜਿੱਥੇ 10,000 ਤੋਂ ਪਾਪੂਲੇਸ਼ਨ ਜਿਹੜੀ ਹੈ ਘੱਟ ਹੈ, ਉੱਥੇ ਘੱਟੋ ਘੱਟ 25 ਬ੍ਰਾਂਚਿਸ ਜਿਹੜੀਆਂ ਪ੍ਰਾਈਵੇਟ ਬੈਂਕਸ ਦੀਆਂ ਹੋਣੀਆਂ ਚਾਹੀਦੀਆਂ ਨੇ। ਪਲੱਸ ਜੇਕਰ ਕੋਈ ਵੀ ਐਂਟਿਟੀ ਜਿਹੜੀ ਹੈ ਉਹ ਪ੍ਰਾਈਵੇਟ ਬੈਂਕ ਲਈ ਅਪਲਾਈ ਕਰਨਾ ਚਾਹੁੰਦੀ ਹੈ, ਸੋ ਘੱਟੋ ਘੱਟ 10 ਸਾਲ ਦਾ ਉਹਦਾ ਜਿਹੜਾ ਸਕਸੈਸਫੁਲ ਟਰੈਕ, ਪਿਛਲਾ ਪਾਸਟ ਰਿਕਾਰਡ ਜਿਹੜਾ ਆ ਉਹ ਸਕਸੈਸਫੁਲ ਹੋਣਾ ਚਾਹੀਦਾ ਆ, ਰਾਈਟ। ਕਿ ਇਹ ਨਹੀਂ ਕਿ ਕੱਲ੍ਹ ਨੂੰ ਉਹ ਡਿਫੋਲਟ ਕਰ ਜੇ, ਔਰ 500 ਕਰੋੜ ਉਹਦੀ ਮਿਨੀਮਮ ਪੇਡ ਅਪ ਕੈਪੀਟਲ ਜਿਹੜੀ ਹੈ ਹੋਣੀ ਹੀ ਚਾਹੀਦੀ ਹੈ। ਫੋਰਨ ਬੈਂਕਸ ਇਨ ਇੰਡੀਆ, ਸੋ ਫੋਰਨ ਬੈਂਕਸ ਉਹ ਬੈਂਕਸ ਹੁੰਦੇ ਨੇ ਜਿਨ੍ਹਾਂ ਦਾ ਹੈੱਡਕੁਆਟਰ ਬਾਹਰਲੇ ਮੁਲਕ ਹੁੰਦਾ ਹੈ, ਪਰ ਉਹ ਇੰਡੀਆ ਦੇ ਵਿੱਚ ਐਜ਼ ਅ ਪ੍ਰਾਈਵੇਟ ਐਂਟਿਟੀ ਕੰਮ ਕਰਦੇ ਨੇ। ਇਹਦੇ ਵਿੱਚ ਇੱਕ ਪੁਆਇੰਟ ਤੁਸੀਂ ਨੋਟ ਕਰ ਲਿਓ ਕਿ ਜਿਹੜਾ ਸਟੈਂਡਰਡ ਚਾਰਟਰਡ ਬੈਂਕ ਸੀਗਾ ਉਹ ਇੰਡੀਆ ਦੇ ਵਿੱਚ ਪਹਿਲਾ ਫੋਰਨ ਬੈਂਕ ਹੋਇਆ ਆ। ਔਰ ਸਟੈਂਡਰਡ ਚਾਰਟਰਡ ਬੈਂਕ ਜਿਹੜਾ ਆ UK ਬੇਸਡ ਬੈਂਕ ਹੈ, ਠੀਕ ਹੈ, ਬ੍ਰਿਟੇਨ ਬੇਸਡ ਬੈਂਕ ਹੈ। ਔਰ ਇਹ ਜਿਹੜੇ ਫੋਰਨ ਬੈਂਕਸ ਹੁੰਦੇ ਨੇ, ਇਹਨਾਂ ਨੂੰ ਆਪਣੀਆਂ ਬ੍ਰਾਂਚਿਸ ਹੋਲੀ ਓਨ ਸਬਸਿਡਰੀ ਦੇ ਅੰਡਰ ਹੀ ਖੋਲ੍ਹਣੀਆਂ ਹੁੰਦੀਆਂ ਨੇ। ਇਹ ਹੋਲੀ ਓਨ ਸਬਸਿਡਰੀ ਕੀ ਹੁੰਦਾ, ਜਿਵੇਂ ਇੱਕ ਪੇਰੈਂਟ ਕੰਪਨੀ ਹੁੰਦੀ ਹੈ, ਅਗਰ ਪੇਰੈਂਟ ਕੰਪਨੀ ਆਪਣੀ ਸਬਸਿਡਰੀ ਕੰਪਨੀ ਦੇ ਵਿੱਚ 100% ਸ਼ੇਅਰਸ ਰੱਖਦੀ ਹੈ ਤੇ ਉਹਨੂੰ ਆਪਾਂ ਹੋਲੀ ਓਨ ਸਬਸਿਡਰੀ ਬੋਲਦੇ ਹਾਂ। ਜੇ 100% ਤੋਂ ਘੱਟ ਹੈ ਤੇ ਫਿਰ ਉਹਨੂੰ ਆਪਾਂ ਸਿੰਪਲੀ ਸਬਸਿਡਰੀ ਬੋਲ ਦਿੰਦੇ ਹਾਂ। ਜਿਵੇਂ ਫੋਰ ਐਗਜ਼ਾਮਪਲ ਗੂਗਲ ਦੀ ਮੈਂ ਗੱਲ ਕਰਾਂ ਤੇ ਗੂਗਲ ਜਿਹੜੀ ਹੈ ਉਹ ਅਲਫਾਬੈਟ ਦੀ ਸਬਸਿਡਰੀ ਕੰਪਨੀ ਹੈ, ਜਦਕਿ ਅਲਫਾਬੈਟ ਕੀ ਹੈ, ਪੇਰੈਂਟ ਕੰਪਨੀ ਹੈ। ਸੋ ਜਿਹੜੇ ਫੋਰਨ ਬੈਂਕਸ ਹੁੰਦੇ ਨੇ ਉਹਨਾਂ ਨੂੰ ਐਜ਼ ਅ ਹੋਲੀ ਓਨ ਸਬਸਿਡਰੀ ਆਪਣੀਆਂ ਬ੍ਰਾਂਚਿਸ ਖੋਲ੍ਹਣੀਆਂ ਹੁੰਦੀਆਂ ਨੇ। ਨੰਬਰ 3 ਕਿ ਜਿਹੜੀਆਂ ਅਨਬੈਂਕਡ ਰੂਰਲ ਏਰੀਆਜ਼ ਹੁੰਦੇ ਨੇ, ਯਾਨੀ ਕਿ ਪੇਂਡੂ ਇਲਾਕੇ ਜਿੱਥੇ ਆਲਰੇਡੀ ਬੈਂਕਸ ਘੱਟ ਨੇ, ਠੀਕ ਹੈ, ਜਾਂ ਹੈ ਨਹੀਂ ਜਾਂ ਘੱਟ ਨੇ, ਉੱਥੇ ਘੱਟੋ ਘੱਟ ਜਿਹੜੇ ਫੋਰਨ ਬੈਂਕਸ ਨੇ ਉਹਨਾਂ ਨੂੰ ਆਪਣੀਆਂ 25% ਬ੍ਰਾਂਚਿਸ ਜਿਹੜੀਆਂ ਖੁੱਲ੍ਹਣੀਆਂ ਆ, ਨਾਲ ਹੀ Tier 5 ਅਤੇ Tier 6 ਸਿਟੀਜ਼ ਦੇ ਵਿੱਚ ਵੀ। ਐਂਡ ਉਸ ਤੋਂ ਬਾਅਦ ਜਿਹੜਾ ਇਹਦੇ 'ਚੋਂ ਕੁਐਸਚਨ ਆਉਂਦਾ ਹੁੰਦਾ, ਜਿਹੜਾ ਮੋਸਟ ਇੰਪੋਰਟੈਂਟ ਹੈ, ਕਿ ਜਿਹੜੀ ਪ੍ਰਾਇਓਰਿਟੀ ਸੈਕਟਰ ਲੈਂਡਿੰਗ ਆਪਾਂ ਗੱਲ ਕੀਤੀ ਸੀਗੀ ਕਿ ਜਿੰਨੀ ਵੀ ਕਿਸੇ ਬੈਂਕ ਦੀ ਲੋਨ ਕਪੈਸਿਟੀ ਹੁੰਦੀ ਹੈ, ਜਿੰਨਾ ਉਹਨੇ ਲੋਨ ਦੇਣਾ ਹੁੰਦਾ ਆ, ਉਹਦੇ ਵਿੱਚੋਂ ਜਿਹੜਾ 40% ਲੋਨ ਹੈ ਉਹ ਕਮਰਸ਼ੀਅਲ ਬੈਂਕਸ ਜਿਹੜੇ ਆ ਪ੍ਰਾਇਓਰਿਟੀ ਸੈਕਟਰ ਨੂੰ ਦਿੰਦੇ ਨੇ, ਜਿਵੇਂ ਐਗਰੀਕਲਚਰ, ਹਾਊਸਿੰਗ, ਸੋਸ਼ਲ ਸੈਕਟਰ ਨੀਡਸ ਹੋ ਗਈਆਂ, ਠੀਕ ਹੈ, MSMEs ਹੋ ਗਿਆ। ਸੋ ਫੋਰਨ ਬੈਂਕਸ ਲਈ ਇਹ 2 ਕੇਸਿਸ ਬਣਦੇ ਨੇ ਪ੍ਰਾਇਓਰਿਟੀ ਸੈਕਟਰ ਲੈਂਡਿੰਗ ਲਈ, ਕਿ ਜੇ ਤੇ ਫੋਰਨ ਬੈਂਕਸ ਦੀਆਂ ਬ੍ਰਾਂਚਿਸ 20 ਤੋਂ ਜ਼ਿਆਦਾ ਨੇ ਤੇ ਫਿਰ ਉਹ ਪ੍ਰਾਇਓਰਿਟੀ ਸੈਕਟਰ ਲੈਂਡਿੰਗ ਉਹਨਾਂ ਲਈ 40% ਹੈ, ਤੇ ਜੇਕਰ ਉਹਨਾਂ ਦੀਆਂ ਬ੍ਰਾਂਚਿਸ 20 ਤੋਂ ਘੱਟ ਨੇ ਤੇ ਉਸ ਕੇਸ ਦੇ ਵਿੱਚ ਪ੍ਰਾਇਓਰਿਟੀ ਸੈਕਟਰ ਲੈਂਡਿੰਗ ਉਹਨਾਂ ਵਾਸਤੇ 32% ਹੈ। ਸੋ ਇਹ ਕੁਐਸਚਨ ਇਹਦੇ ਵਿੱਚੋਂ ਆਉਂਦਾ ਹੁੰਦਾ ਆ। ਦੂਸਰੀ ਗੱਲ, ਇਹਦੇ 'ਚ 100% FDI ਅਲਾਉਡ ਆ, ਜਿਹੜੀ ਕੋਈ ਹੋਲੀ ਓਨ ਸਬਸਿਡਰੀ ਹੋਏ ਕਿਸੇ ਵੀ ਫੋਰਨ ਬੈਂਕਸ ਦੀ ਇੰਡੀਆ ਦੇ ਵਿੱਚ। ਤੇ ਐਟ ਪ੍ਰੈਜ਼ੈਂਟ ਮੋਰ ਦੈਨ 45 ਫੋਰਨ ਬੈਂਕਸ ਜਿਹੜੇ ਇੰਡੀਆ ਦੇ ਵਿੱਚ ਹੈਗੇ ਨੇ। ਇਹ ਕੁਝ ਫੋਰਨ ਬੈਂਕਸ ਨੇ ਇੰਡੀਆ ਦੇ ਵਿੱਚ, ਇਹਨਾਂ ਦਾ ਨਾਮ ਤੁਸੀਂ ਯਾਦ ਰੱਖ ਲਿਓ, ਕਿਉਂਕਿ ਇਸ ਵਾਰੀ ਮੇਰੇ ਖਿਆਲ ਪ੍ਰੀਲਿਮਸ ਦੇ ਵਿੱਚ ਵੀ ਇਹ ਕੁਐਸਚਨ ਇਹਨਾਂ ਨੇ ਪਾਇਆ ਹੋਇਆ ਸੀ, ਵਿਚ ਆਫ ਦਾ ਫੋਲੋਇੰਗ ਇਜ਼ ਅ ਫੋਰਨ ਬੈਂਕ ਆਪਰੇਟਿੰਗ ਇਨ ਇੰਡੀਆ। ਸੋ ਆਸਟ੍ਰੇਲੀਅਨ ਨਿਊਜ਼ੀਲੈਂਡ ਬੈਂਕਿੰਗ ਗਰੁੱਪ ਨਾਮ ਤੋਂ ਹੀ ਪਤਾ ਲੱਗ ਰਿਹਾ, ਨੈਸ਼ਨਲ ਆਸਟ੍ਰੇਲੀਆ ਬੈਂਕ, ਵੈਸਟਪੈਕ ਬੈਂਕਿੰਗ ਕਾਰਪੋਰੇਸ਼ਨ, ਬੈਂਕ ਆਫ ਬਹਿਰੀਨ ਐਂਡ ਕੁਵੈਤ BSC, AB ਬੈਂਕ ਲਿਮਿਟਿਡ, HSBC, ਸਿਟੀ ਬੈਂਕ, ਡਿਊਸ਼ ਬੈਂਕ, DBS ਬੈਂਕ ਲਿਮਿਟਿਡ, यूनाइटेड ओवरसीज़ बैंक लिमिटेड, JP मॉर्गन, चेस बैंक, स्टैंडर्ड चार्टर्ड बैंक, ठीक है। सो ये कुछ बैंक्स ने जिहड़े फॉरन बैंक्स इंडिया दे विच अपने ऑपरेशनस कैरी आउट कर रहे हैं। सो ये तो सीगे यूनीवर्सल कमर्शियल बैंक्स जिहदे विच आपां पब्लिक प्राइवेट ते फॉरन बैंक्स की गल कीती। हुण आपां डिफरेंशियल कमर्शियल बैंक्स की गल करांगे जिहड़े एक पर्टिकुलर सैक्टर नूं फोकस करदे आ, जिहदे विच सब तो पहला रीजनल रूरल बैंक है। रीजनल रूरल बैंक्स नूं आपां स्कैड्यूल्ड कमर्शियल बैंक्स भी बोलते हैं, और ये नरसिम्हा कमेटी ने रिकमेंडेशन आपां कीता होया पहलां भी वीडियो दे विच है ना। 2 अक्तूबर 1975 नूं ये सैटअप कीते गए सीगे, और इन्हां नूं ग्रामीण बैंक भी बोलते हैं। तुसीं सुणिआ ही होगा पंजाब ग्रामीण बैंक, राइट। और ये रूरल एरियाज़ दे विच ही ज़्यादा हुंदे, बट इहदे नाल नाल ये कुछ सिलैक्टिव अर्बन एरियाज़ दे विच भी हुंदे ने।
ਦੈਨ ਓਨਰਸ਼ਿਪ ਆਫ RRBs ਦੀ ਗੱਲ ਕਰੀਏ, ਇਹ ਵੀ ਆਪਾਂ ਡਿਸਕਸ ਕੀਤਾ ਸੀ, ਜਿਹਦੇ ਵਿੱਚ ਸੈਂਟਰਲ ਗਵਰਨਮੈਂਟ ਦਾ ਸ਼ੇਅਰ 50% ਹੁੰਦਾ ਹੈ, ਕਿਸੇ ਵੀ ਸਪੋਂਸਰਡ ਬੈਂਕ ਦਾ ਸ਼ੇਅਰ 35% ਹੁੰਦਾ ਹੈ। ਜਿਵੇਂ ਪੰਜਾਬ ਗ੍ਰਾਮੀਣ ਬੈਂਕ ਦੇ ਵਿੱਚ ਪੰਜਾਬ ਨੈਸ਼ਨਲ ਬੈਂਕ ਐਜ਼ ਅ ਸਪੋਂਸਰਡ ਬੈਂਕ ਹੋਊਗਾ, ਰਾਈਟ। ਸੋ ਇਸ ਤਰ੍ਹਾਂ ਸਟੇਟ ਬੈਂਕ ਦਾ ਜਿਹੜਾ ਮਤਲਬ ਕੋਈ ਵੀ ਸਟੇਟ ਗਵਰਨਮੈਂਟ ਦਾ ਜਿਹੜਾ ਸ਼ੇਅਰ ਹੈ ਉਹ ਇਹਦੇ ਵਿੱਚ 15% ਹੋਏਗਾ। ਸੈਂਟਰਲ ਗਵਰਨਮੈਂਟ ਦਾ 50%, ਸਪੋਂਸਰ ਬੈਂਕ ਦਾ 35% ਅਤੇ ਸਟੇਟ ਗਵਰਨਮੈਂਟ ਆਉਣਾ ਇੱਥੇ ਉਹਦਾ 15% ਹੋਏਗਾ, ਠੀਕ ਹੈ। ਪ੍ਰਾਇਓਰਿਟੀ ਸੈਕਟਰ ਲੈਂਡਿੰਗ ਜਿਹੜੀ ਹੈ 75% ਹੋਏਗੀ, ਜਿੱਦਾਂ ਨੋਰਮਲ 40% ਹੁੰਦੀ ਹੈ, ਬਟ ਇਹਦੇ ਵਿੱਚ 75% ਹੋਏਗੀ। ਐਂਡ ਫੋਰਨ ਬੈਂਕਸ ਦਾ ਤੁਸੀਂ ਯਾਦ ਰੱਖਣਾ ਆ ਕਿ ਜੇਕਰ 20 ਤੋਂ ਜ਼ਿਆਦਾ ਬ੍ਰਾਂਚਿਸ ਨੇ ਤਾਂ 40%, 20 ਤੋਂ ਘੱਟ ਹੈ ਤਾਂ 32%, ਬਟ RRBs ਦੇ ਕੇਸ ਦੇ ਵਿੱਚ 75% ਆਫ ਦਾ ਨੈਟ ਬੈਂਕ ਕ੍ਰੈਡਿਟ। ਨੈਟ ਬੈਂਕ ਕ੍ਰੈਡਿਟ ਮਤਲਬ ਜਿੰਨਾ ਕੋਈ ਨੈਟ ਜਿਹੜਾ ਹੈ ਆਪਣਾ ਕ੍ਰੈਡਿਟ ਪ੍ਰੋਵਾਈਡ ਕਰ ਸਕਦਾ ਉਹਦਾ 75%। ਦੈਨ ਓਪਰੇਟਿੰਗ ਏਰੀਆ ਜਿਹੜਾ ਵਿਦਿਨ ਸਮ ਸਟੇਟ ਔਰ ਡਿਸਟ੍ਰਿਕਟਸ ਤੱਕ ਹੀ ਲਿਮਿਟਡ ਹੁੰਦਾ ਹੈ। ਰੀਜਨਲ ਰੂਰਲ ਬੈਂਕਸ ਜਿਹੜੇ ਲਾਈਕ ਕਮਰਸ਼ੀਅਲ ਬੈਂਕਸ, ਜਿਵੇਂ ਕਮਰਸ਼ੀਅਲ ਬੈਂਕਸ ਦੇ ਕੋਲ ਇੱਕ ਹੋਰ ਫੈਸਿਲਿਟੀ ਆਪਾਂ ਪੜ੍ਹਿਆ ਸੀ ਲਾਸਟ ਵੀਡੀਓ ਦੇ ਵਿੱਚ, ਮਾਰਜਨਲ ਸਟੈਂਡਰਡ ਫੈਸਿਲਿਟੀ ਵੀ ਹੁੰਦੀ ਆ ਅਦਰ ਦੈਨ ਰੈਪੋ ਰੇਟ ਐਂਡ ਰਿਵਰਸ ਰੈਪੋ ਰੇਟ, ਕਿ MSF ਦੇ ਥਰੂ ਵੀ ਉਹ ਆਪਣੀ ਲਿਕੁਇਡਿਟੀ ਨੂੰ ਐਡਜਸਟ ਕਰ ਸਕਦੇ ਆ RBI ਦੇ ਕੋਲ ਐਮਰਜੈਂਸੀ ਕੇਸਿਸ ਦੇ ਵਿੱਚ, ਜਦੋਂ ਮੰਨ ਲਓ ਕਾਲ ਮਨੀ ਮਾਰਕੀਟ ਰੇਟਸ ਜਿਹੜੇ ਬਹੁਤ ਜ਼ਿਆਦਾ ਹਾਈ ਹੈ, ਠੀਕ ਹੈ, ਮਾਰਕੀਟ ਕਾਫੀ ਵੋਲੇਟਾਈਲ ਹੈ। ਸੋ ਉਸ ਕੇਸ ਦੇ ਵਿੱਚ RBI ਜਿਹੜਾ ਹੈ MSF ਫੈਸਿਲਿਟੀ ਜਿਹੜੀ ਹੈ ਸਕੇਡਿਊਲਡ ਕਮਰਸ਼ੀਅਲ ਬੈਂਕਸ ਨੂੰ ਸਿਰਫ ਪਰਮਿਟ ਕਰਦਾ ਹੈ, ਰਾਈਟ। ਸੋ ਇਹਦਾ ਜਿਹੜਾ ਰੇਟ ਆਫ ਇੰਟਰਸਟ ਹੁੰਦਾ ਹੈ ਰੈਪੋ ਰੇਟ ਤੋਂ ਵੀ ਹਾਈ ਹੁੰਦਾ ਅਤੇ ਰਿਵਰਸ ਰੈਪੋ ਰੇਟ ਤੋਂ ਵੀ ਹਾਈ ਹੁੰਦਾ। ਜਿਵੇਂ ਰੈਪੋ ਦਾ ਮੰਨ ਲਓ 4 ਹੈ ਅਤੇ ਰਿਵਰਸ ਰੈਪੋ ਦਾ 5 ਹੈ ਅਤੇ MSF ਦਾ 6 ਹੋਏਗਾ, ਠੀਕ ਹੈ। ਸੋ ਬੈਂਕਸ ਜਿਹੜੇ ਆ ਉਹ ਆਪਣੀਆਂ ਐਮਰਜੈਂਸੀ ਨੀਡਸ ਨੂੰ, ਲਿਕੁਇਡਿਟੀ ਨੀਡਸ ਨੂੰ ਪੂਰਾ ਕਰ ਸਕਦੀਆਂ ਨੇ MSF ਦੇ ਥਰੂ। ਇਹ ਜਿਹੜਾ 2011 ਦੇ ਵਿੱਚ RBI ਨੇ ਲਾਂਚ ਕੀਤਾ ਸੀ। ਦੈਨ ਉਸ ਤੋਂ ਬਾਅਦ ਫਸਟ ਰੀਜਨਲ ਰੂਰਲ ਬੈਂਕ ਇੰਡੀਆ ਦੇ ਵਿੱਚ ਪ੍ਰਾਥਮਾ ਬੈਂਕ ਸੀਗਾ, ਐਂਡ ਇਟ ਵਾਜ਼ ਸਪੋਂਸਰਡ ਬਾਈ ਸਿੰਡੀਕੇਟ ਬੈਂਕ ਇਨ ਉੱਤਰ ਪ੍ਰਦੇਸ਼। ਇਹ ਵੀ ਇੰਪੋਰਟੈਂਟ ਹੈ, ਯਾਦ ਰੱਖ ਲਿਓ। ਸੋ ਜੇ ਫੰਕਸ਼ਨਸ ਦੇਖੀਏ ਤਾਂ ਰੂਰਲ ਅਤੇ ਸੈਮੀ ਅਰਬਨ ਏਰੀਆਜ਼ ਦੇ ਵਿੱਚ ਬੈਂਕਿੰਗ ਫੈਸਿਲਿਟੀਜ਼ ਪ੍ਰੋਵਾਈਡ ਕਰਨਾ, ਫਿਰ ਜਿਹੜੇ ਮਨਰੇਗਾ ਵਰਕਰਸ ਹੁੰਦੇ ਨੇ ਜਾਂ ਪੈਨਸ਼ਨਾਂ ਦੇਣੀਆਂ, ਬੁਢਾਪਾ ਪੈਨਸ਼ਨ ਵਗੈਰਾ ਲੋਕਾਂ ਨੂੰ, ਠੀਕ ਹੈ, ਉਹ RRBs ਦੇ ਥਰੂ ਮਤਲਬ ਗਵਰਨਮੈਂਟ ਆਪਣੇ ਆਪਰੇਸ਼ਨਸ ਜਿਹੜੇ ਇੱਦਾਂ ਦੇ ਕੈਰੀ ਆਊਟ ਕਰਦੀ ਆ ਥਰੂ RRBs। ਦੈਨ ਉਸ ਤੋਂ ਬਾਅਦ ਪੈਰਾ ਬੈਂਕਿੰਗ ਫੈਸਿਲਿਟੀਜ਼ ਜਿਵੇਂ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਲੋਕਰ ਫੈਸਿਲਿਟੀਜ਼ ਵਗੈਰਾ ਵੀ RRBs ਪ੍ਰੋਵਾਈਡ ਕਰਦੇ ਆ। ਲੋਕਲ ਏਰੀਆ ਬੈਂਕਸ ਸੈਕਿੰਡ ਟਾਈਪ ਆਫ ਜਿਹੜਾ ਡਿਫਰੈਂਸ਼ੀਅਲ ਕਮਰਸ਼ੀਅਲ ਬੈਂਕ ਹੈ, ਲੋਕਲ ਏਰੀਆ ਬੈਂਕ। ਸੋ ਇਹ ਅਗਸਤ 1996 ਦੇ ਵਿੱਚ ਇੰਟਰੋਡਿਊਸ ਕੀਤੇ ਗਏ ਸੀਗੇ। ਇਹ ਸੇਮ ਜਿਵੇਂ RRBs ਵੀ ਸੈਮੀ ਅਰਬਨ ਏਰੀਆਜ਼ ਅਤੇ ਰੂਰਲ ਏਰੀਆਜ਼ ਦੇ ਵਿੱਚ ਕ੍ਰੈਡਿਟ ਫੈਸਿਲਿਟੀਜ਼ ਜਾਂ ਬੈਂਕਿੰਗ ਫੈਸਿਲਿਟੀਜ਼ ਪ੍ਰੋਵਾਈਡ ਕਰਦੇ ਆ। ਸਿਮਿਲਰਲੀ ਲੋਕਲ ਏਰੀਆ ਬੈਂਕਸ ਵੀ ਇੰਨੇ ਏਰੀਆਜ਼ ਦੇ ਵਿੱਚ ਹੀ ਪ੍ਰੋਵਾਈਡ ਕਰਦੇ ਆ। ਸੋ ਜਿਵੇਂ ਕਿ ਆਪਾਂ ਸਟਾਰਟਿੰਗ ਦੇ ਵਿੱਚ ਵੀ ਪੜ੍ਹਿਆ ਕਿ ਨੋਨ ਸਕੈਡਿਊਲਡ ਬੈਂਕਸ ਹੁੰਦੇ ਨੇ, ਬਟ ਅਗਰ ਇਹ ਮਤਲਬ ਆਪਣਾ ਐਲੀਜੀਬਿਲਿਟੀ ਕ੍ਰਾਈਟੀਰੀਆ ਫੁੱਲਫਿਲ ਕਰਨ ਅਤੇ ਇਹ ਆਪਣੇ ਆਪ ਨੂੰ ਜਿਹੜੇ ਆ ਸੈਕਿੰਡ ਲਿਸਟ ਦੇ ਅੰਡਰ, ਜਿਹੜੀ ਸੈਕਿੰਡ ਸਕੈਡਿਊਲ ਹੈ RBI ਐਕਟ 1934 ਦਾ, ਉਹਦੇ ਅੰਡਰ ਆਪਣੇ ਆਪ ਨੂੰ ਜਿਹੜਾ ਇਨਕਲੂਡ ਕਰਵਾ ਸਕਦੇ ਆ, ਠੀਕ ਹੈ। ਸੋ ਇਟ ਕੈਨ ਬੀ ਕਨਵਰਟਿਡ ਇਨਟੂ ਕਮਰਸ਼ੀਅਲ ਬੈਂਕਸ ਐਂਡ ਦੇ ਆਰ ਗਿਵਨ ਪਰਮਿਸ਼ਨ ਅੰਡਰ ਸੈਕਸ਼ਨ 22 ਆਫ ਬੈਂਕਿੰਗ ਰੈਗੂਲੇਸ਼ਨ ਐਕਟ 1949, ਠੀਕ ਹੈ। ਔਰ ਇਹਨਾਂ ਦੀ ਜਿਹੜੀ ਮਿਨੀਮਮ ਸਟਾਰਟਅਪ ਕੈਪੀਟਲ ਹੋਣੀ ਚਾਹੀਦੀ ਹੈ ਉਹ 5 ਕਰੋੜ ਹੋਣੀ ਚਾਹੀਦੀ ਆ, ਔਰ ਮੈਕਸੀਮਮ ਓਪਰੇਸ਼ਨਲ ਏਰੀਆ ਜਿਹੜਾ 3 ਡਿਸਟ੍ਰਿਕਟਸ ਦਾ ਹੋਣਾ ਚਾਹੀਦਾ ਆ। ਸੋ ਇਹਨਾਂ ਵਾਸਤੇ ਜਿਹੜੀ ਮਿਨੀਮਮ ਪ੍ਰਾਇਓਰਿਟੀ ਸੈਕਟਰ ਲੈਂਡਿੰਗ ਹੈ 40% ਆਫ ਦਾ ਬੈਂਕ ਨੈਟ ਕ੍ਰੈਡਿਟ, ਠੀਕ ਹੈ, ਅਤੇ 25% ਜਿਹੜੀ ਹੈ, ਜਿੱਦਾਂ ਮਤਲਬ ਟੋਟਲ ਅਗਰ ਆਪਾਂ 25% ਪ੍ਰਾਇਓਰਿਟੀ ਸੈਕਟਰ ਲੈਂਡਿੰਗ ਦਾ ਅਗਰ ਮੰਨ ਲਈਏ, ਅਤੇ ਪੂਰਾ ਓਵਰਆਲ ਬੈਂਕ ਕ੍ਰੈਡਿਟ ਦਾ 10% ਜਿਹੜਾ ਆ ਇਹ ਵੀਕਰ ਸੈਕਸ਼ਨ ਆਫ ਦਾ ਸੋਸਾਇਟੀ, ਜਿਵੇਂ ਲੋਕੀ ਮਤਲਬ ਗਰੀਬ ਲੋਕ ਵਗੈਰਾ, ਠੀਕ ਹੈ, ਜਾਂ ਪਛੜੇ ਹੋਏ ਲੋਕ ਜਿਹੜੇ ਹੁੰਦੇ ਨੇ ਉਹਨਾਂ ਨੂੰ ਪ੍ਰੋਵਾਈਡ ਕਰਨ ਬੈਂਕ ਕ੍ਰੈਡਿਟ ਆਪਣਾ। ਐਂਡ ਦੂਸਰੀ ਗੱਲ, ਇਹਨਾਂ ਨੂੰ ਮਤਲਬ ਇੰਡੀਆ ਦੇ ਵਿੱਚ ਜਿਹੜੇ ਲੋਕਲ ਏਰੀਆ ਬੈਂਕਸ ਨੇ ਇਹਨਾਂ ਨੂੰ ਆਪਣੇ CRR ਅਤੇ SLR ਮੇਨਟੇਨ ਕਰਕੇ ਰੱਖਣਾ ਪੈਂਦਾ ਆ ਵਿਦ ਬੈਂਕਸ ਦੈਮਸੈਲਵਸ, ਠੀਕ ਆ। ਆਪਾਂ ਪੜ੍ਹਿਆ ਸੀ ਨੋਨ ਸਕੈਡਿਊਲਡ ਬੈਂਕਸ ਜਿਹੜੇ ਉਹਨਾਂ ਨੂੰ RBI ਦੇ ਨਾਲ ਨਹੀਂ ਰੱਖਣਾ ਹੁੰਦਾ, ਬਟ CRR SLR ਇਹਨਾਂ ਨੂੰ ਮੇਨਟੇਨ ਕਰਕੇ ਰੱਖਣਾ ਹੁੰਦਾ ਹੈ ਲੋਕਲ ਏਰੀਆ ਬੈਂਕਸ ਨੂੰ। ਐਂਡ ਫਸਟ ਲੋਕਲ ਏਰੀਆ ਬੈਂਕ ਜਿਹੜਾ ਇੰਡੀਆ ਦੇ ਵਿੱਚ ਸੀਗਾ ਦੈਟ ਇਜ਼ ਕੋਸਟਲ ਲੋਕਲ ਏਰੀਆ ਬੈਂਕ ਇਨ ਆਂਧਰਾ ਪ੍ਰਦੇਸ਼ 1999 ਦੇ ਵਿੱਚ ਇਸਟੈਬਲਿਸ਼ਡ ਹੋਇਆ ਸੀਗਾ। ਸੋ ਇਹ ਵੀ ਇੰਪੋਰਟੈਂਟ ਹੈ। ਦੈਨ ਉਸ ਤੋਂ ਬਾਅਦ 2014 ਦੇ ਵਿੱਚ RBI ਨੇ ਲੋਕਲ ਏਰੀਆ ਬੈਂਕਸ ਨੂੰ ਮਤਲਬ ਪਰਮਿਟ ਕਰਤਾ ਕਿ ਇਹ ਵੀ ਆਪਣੇ ਆਪ ਨੂੰ ਸਮਾਲ ਫਾਈਨਾਂਸ ਬੈਂਕਸ ਦੇ ਵਿੱਚ ਕਨਵਰਟ ਕਰ ਸਕਦੇ ਆ ਜੇਕਰ ਇਹਨਾਂ ਦੀ ਐਲੀਜੀਬਿਲਿਟੀ ਅਲਾਓ ਕਰਦੀ ਹੈ ਅਤੇ, ਠੀਕ ਹੈ। ਸੋ ਇਹ ਵੀ ਆਪਾਂ ਪੜ੍ਹਨੇ ਆ ਹਜੇ ਸਮਾਲ ਫਾਈਨਾਂਸ ਬੈਂਕਸ ਕੀ ਹੁੰਦੇ ਨੇ। ਸਮਾਲ ਫਾਈਨਾਂਸ ਬੈਂਕਸ ਇਹ ਸਭ ਤੋਂ ਇੰਪੋਰਟੈਂਟ ਇਹਦੇ ਵਿੱਚ ਹੈ ਕਿ ਇੱਕ ਤਾਂ ਨਚੀਕੇਤ ਮੋਰ ਕਮੇਟੀ ਜਿਹੜੀ 2014 ਦੇ ਵਿੱਚ ਆਈ ਸੀ, ਉਹਨਾਂ ਦੀ ਰਿਕਮੈਂਡੇਸ਼ਨਸ 'ਤੇ ਸੈਟਅਪ ਕੀਤੇ ਗਏ। ਔਰ ਇਹ ਜਿਹੜਾ ਅਨਸਰਵਡ ਸੈਕਸ਼ਨ ਹੈ ਸੁਸਾਇਟੀ ਦਾ, ਜਿਵੇਂ ਕਿ ਸਮੋਲ ਅਤੇ ਮਾਈਕਰੋ ਬਿਜ਼ਨਸ ਯੂਨਿਟਸ ਹੋ ਗਏ, ਸਮੋਲ ਅਤੇ ਮਾਰਜਨਲ ਫਾਰਮਰਸ ਹੋ ਗਏ, ਠੀਕ ਹੈ,
ਜਾਂ ਇਸ ਤੋਂ ਇਲਾਵਾ ਜਿਹੜੀਆਂ ਫਾਈਨੈਂਸ਼ੀਅਲ ਸਰਵਿਸਿਜ਼ ਲੋ ਕੋਸਟ ਆਪਰੇਸ਼ਨਸ ਦੇ ਥਰੂ ਪ੍ਰੋਵਾਈਡ ਕਰਦੇ ਹਾਂ ਆਪਾਂ ਹਾਈ ਟੈਕਨੋਲੋਜੀ ਦੇ ਥਰੂ, ਸੋ ਉਹ ਵੀ ਸਮੋਲ ਫਾਈਨਾਂਸ ਬੈਂਕਸ ਜਿਹੜੇ ਉਹਦੇ ਵਿੱਚ ਡੀਲ ਕਰਦੇ ਨੇ। ਸੋ ਬੇਸਿਕਲੀ ਇਹਨਾਂ ਦਾ ਓਬਜੈਕਟਿਵ ਹੁੰਦਾ ਜਿਹੜੇ ਅਨਸਰਵਡ ਏਰੀਆਜ਼ ਨੇ ਜਾਂ ਅਨਸਰਵਡ ਲੋਕ ਨੇ, ਜਿਵੇਂ ਸਮੋਲ ਐਂਡ ਮਾਰਜਨਲ ਫਾਰਮਰਸ ਨੇ, ਸੋ ਉਹਨਾਂ ਨੂੰ ਬੈਂਕਿੰਗ ਫੈਸਿਲਿਟੀਜ਼ ਪ੍ਰੋਵਾਈਡ ਕਰਦਾ। ਸਮੋਲ ਫਾਈਨਾਂਸ ਬੈਂਕਸ ਦੀ ਐਲੀਜੀਬਿਲਿਟੀ ਕੀ ਹੈ, ਧਿਆਨ ਨਾਲ ਸੁਣਿਓ, ਕਿਉਂਕਿ ਇਹ ਨਿਊਜ਼ 'ਚ ਰਹਿੰਦਾ ਆ ਬਿਕੋਜ਼ ਇਹਦੇ ਵਿੱਚ RBI ਨੇ ਇਹਨੂੰ ਪਰਮਿਟ ਕੀਤਾ ਆ ਕਿ ਜਿਵੇਂ ਇਹ ਜਿਹੜੇ ਸਮੋਲ ਫਾਈਨਾਂਸ ਬੈਂਕਸ ਨੇ ਅਗਰ ਉਹਨਾਂ ਦਾ 5 ਸਾਲ ਦਾ ਰਿਕਾਰਡ ਅੱਛਾ ਖਾਸਾ ਰਹਿੰਦਾ ਆ, ਪਲੱਸ ਉਹਨਾਂ ਕੋਲ ਮਿਨੀਮਮ 100 ਕਰੋੜ ਦੀ ਪੇਡ ਅਪ ਕੈਪੀਟਲ ਹੈ, ਅਤੇ ਉਹਨਾਂ ਨੂੰ ਜਿਹੜਾ ਆ ਉਹ ਆਪਣੇ ਆਪ ਨੂੰ ਪ੍ਰਾਈਵੇਟ ਸੈਕਟਰ ਬੈਂਕ ਦੇ ਵਿੱਚ ਕਨਵਰਟ ਕਰ ਸਕਦੇ ਆ। ਠੀਕ ਆ, ਸੋ ਇਹ ਕਾਫੀ ਜ਼ਿਆਦਾ ਨਿਊਜ਼ 'ਚ ਰਿਹਾ ਆ, ਸੋ ਇਹਦੇ ਲਈ ਪੇਪਰ 'ਚ ਕਾਫੀ ਕੁਛ ਇਹਦੇ ਬਾਰੇ ਆਉਂਦਾ ਰਹਿੰਦਾ ਆ। ਸੋ ਇਹਦੀ ਐਲੀਜੀਬਿਲਿਟੀ ਧਿਆਨ ਨਾਲ ਸੁਣ ਲਿਓ। ਇੱਕ ਤਾਂ ਸਭ ਤੋਂ ਪਹਿਲਾਂ ਕੋਈ ਵੀ ਰੈਜ਼ੀਡੈਂਟ ਇੰਡੀਵਿਜੂਅਲ ਜਿਹਦੇ ਕੋਲ 10 ਸਾਲ ਦਾ ਬੈਂਕਿੰਗ ਫਾਈਨਾਂਸ ਦਾ ਐਕਸਪੀਰੀਅੰਸ ਹੋਵੇ, ਪਲੱਸ ਕੋਈ ਵੀ ਕੰਪਨੀਜ਼ ਜਾਂ ਸੁਸਾਇਟੀਜ਼ ਦੋਜ਼ ਆਰ ਕੰਟਰੋਲਡ ਬਾਈ ਰੈਜ਼ੀਡੈਂਟਸ, ਪਲੱਸ ਜਿਹੜੀਆਂ ਆਲਰੇਡੀ ਐਗਜ਼ਿਸਟਿੰਗ ਨਾਨ ਬੈਂਕਿੰਗ ਫਾਈਨਾਂਸ ਕੰਪਨੀਜ਼ ਨੇ ਜਾਂ ਮਾਈਕਰੋ ਫਾਈਨਾਂਸ ਇੰਸਟੀਟਿਊਸ਼ਨਸ ਨੇ ਜਾਂ ਲੋਕਲ ਏਰੀਆ ਬੈਂਕਸ ਨੇ, ਇਹ ਤਿੰਨੇ ਹੀ ਜਿਹੜੇ ਆ ਐਲੀਜੀਬਲ ਨੇ ਸਮੋਲ ਫਾਈਨਾਂਸ ਬੈਂਕਸ ਨੂੰ ਇਸਟੈਬਲਿਸ਼ ਕਰਨ ਦੇ ਵਿੱਚ, ਪ੍ਰੋਵਾਈਡਡ ਜਿਹੜੀ ਮਿਨੀਮਮ ਪੇਡ ਅਪ ਕੈਪੀਟਲ ਹੈ 100 ਕਰੋੜ ਇਹਨਾਂ ਕੋਲ ਹੋਵੇ। ਠੀਕ ਆ, ਇਸ ਤੋਂ ਬਾਅਦ ਜਿੱਦਾਂ ਪ੍ਰਾਈਵੇਟ ਸੈਕਟਰ ਬੈਂਕਸ ਦੇ ਵਿੱਚ 74% FDI ਲਿਮਿਟ ਅਲਾਉਡ ਆ, ਇਵੇਂ ਹੀ ਜਿਹੜੇ ਸਮੋਲ ਫਾਈਨਾਂਸ ਬੈਂਕਸ ਨੇ ਇਹਨਾਂ ਦੇ ਵਿੱਚ ਵੀ 74% FDI ਲਿਮਿਟ ਅਲਾਉਡ ਆ। ਪਲੱਸ ਜਿਹੜਾ ਇਹਦਾ ਏਰੀਆ ਆਫ ਆਪਰੇਸ਼ਨ ਆ, ਠੀਕ ਆ, ਜਿਵੇਂ ਲੋਕਲ ਏਰੀਆ ਬੈਂਕਸ ਦੇ ਵਿੱਚ ਹੈਗਾ ਵੀ 3 ਜ਼ਿਲ੍ਹਿਆਂ ਤੱਕ, ਅਤੇ ਇਹਦੇ ਵਿੱਚ ਕੋਈ ਵੀ ਏਰੀਆ ਆਫ ਆਪਰੇਸ਼ਨ ਦੇ ਉੱਤੇ ਕੋਈ ਵੀ ਜਿਹੜੀ ਹੈ ਰਿਸਟ੍ਰਿਕਸ਼ਨ ਨਹੀਂ ਹੈ। ਅਤੇ ਐਟਲੀਸਟ ਜਿਹੜੇ 50% ਲੋਨ ਇਹ ਪ੍ਰੋਵਾਈਡ ਕਰਦਾ, ਕ੍ਰੈਡਿਟ ਪ੍ਰੋਵਾਈਡ ਕਰਦਾ, ਉਹ 25 ਲੱਖ ਤੋਂ ਵੱਧ ਨਹੀਂ ਹੋਣੇ ਚਾਹੀਦੇ। ਰਾਈਟ, ਸੋ ਇਹ ਐਲੀਜੀਬਿਲਿਟੀ ਕੰਡੀਸ਼ਨਸ ਪਲੱਸ ਜੋ ਵੀ ਹੈ ਇਹਦੇ ਬਾਰੇ ਤੁਸੀਂ ਧਿਆਨ ਨਾਲ ਪੜ੍ਹਿਓ। ਪਲੱਸ ਇਹਦੇ ਨਾਲ ਜਿਹੜਾ ਆਪਾਂ ਪੇਮੈਂਟ ਬੈਂਕਸ ਬਾਰੇ ਪੜ੍ਹਾਂਗੇ ਉਹਦੇ 'ਚ ਵੀ ਕਾਫੀ ਕਨਫਿਊਜ਼ਨ ਹੁੰਦਾ, ਦੋਵਾਂ ਹੀ ਚੀਜ਼ਾਂ ਨੂੰ ਧਿਆਨ ਨਾਲ ਪੜ੍ਹਨਾ ਹੈ ਤੁਸੀਂ। ਸੋ ਇਹਦੇ ਲਈ ਜੋ ਸਮੋਲ ਫਾਈਨਾਂਸ ਬੈਂਕਸ ਲਈ ਜੋ ਪ੍ਰਾਇਓਰਿਟੀ ਸੈਕਟਰ ਲੈਂਡਿੰਗ ਲਿਮਿਟ ਹੈਗੀ ਆ 75% ਹੈ, ਜਿਹਦੇ ਵਿੱਚ 40% ਉਹੀ ਸੇਮ ਜੋ ਕਮਰਸ਼ੀਅਲ ਬੈਂਕਸ ਲਈ RBI ਗਾਈਡਲਾਈਨਸ ਦੇ ਅਕੋਰਡਿੰਗਲੀ ਆ ਉਹ ਹੈ, ਪਲੱਸ 35% ਜਿਹੜਾ ਪ੍ਰਾਈਵੇਟ ਸੈਕਟਰ ਲਈ ਹੈ। ਠੀਕ ਹੈ, ਐਜ਼ ਪਰ ਦ ਬੈਂਕ। ਦੈਨ ਉਸ ਤੋਂ ਬਾਅਦ ਜਿਹੜੇ CRR SLR ਲਿਮਿਟਸ ਜੋ ਕਮਰਸ਼ੀਅਲ ਬੈਂਕਸ ਲਈ ਐਪਲੀਕੇਬਲ ਹੈ, ਸੇਮ ਇਹਦੇ ਲਈ ਵੀ ਸਮੋਲ ਫਾਈਨਾਂਸ ਬੈਂਕਸ ਲਈ ਵੀ ਐਪਲੀਕੇਬਲ ਹੈ। ਪਲੱਸ ਜਿਹੜੀ CRR ਆ ਕੈਪੀਟਲ ਐਡੀਕੇਸੀ ਰੇਸ਼ੋ ਜਿਹਨੂੰ ਆਪਾਂ ਬੋਲਦੇ ਹਾਂ, ਕੈਪੀਟਲ ਜਾਂ ਕੈਪੀਟਲ ਟੂ ਰਿਸਕ ਵੇਟਡ ਐਸੈਟਸ, ਮਤਲਬ ਕਿ ਜਿੰਨੀ ਟੋਟਲ ਬੈਂਕ ਹੈ ਉਹਦੇ ਵਿੱਚੋਂ ਜਿਹੜੇ ਉਹ ਵਾਲੇ ਜਿਹੜੇ ਐਸੈਟਸ ਜਿਹੜੇ ਰਿਸਕ 'ਤੇ ਹੁੰਦੇ ਨੇ, ਜਿਵੇਂ ਕਿ ਗਵਰਨਮੈਂਟ ਸਿਕਿਉਰਿਟੀਜ਼ ਕਿੰਨੀਆਂ ਨੇ, ਮੌਰਗੇਜ ਲੋਨ ਕਿੰਨੇ ਨੇ, ਹੋਰ ਲੋਨਸ ਕਿੰਨੇ ਨੇ, ਸ਼ੇਅਰ ਕਿੰਨੇ ਖਰੀਦੇ ਹੋਏ ਆ, ਸੋ ਉਹ ਸਾਰਿਆਂ ਨੂੰ ਕਾਊਂਟ ਕਰਕੇ ਜੋ ਹੈ ਰੇਸ਼ੋ 15% ਹੈ। ਮਤਲਬ ਇਹ ਉਹ ਐਸੈਟਸ ਆ ਜਦੋਂ ਆਪਾਂ ਬੇਸਲ ਰਿਫੋਰਮਸ ਕਰਾਂਗੇ ਨਾ ਉਦੋਂ ਤੁਹਾਨੂੰ ਦੱਸਾਂਗੇ ਵੀ ਜਿਹੜਾ ਇਹਨਾਂ ਨੂੰ ਸੈੱਟ ਕਰਕੇ ਰੱਖਣੀ ਹੁੰਦੀ ਹੈ। ਐਡੀਸ਼ਨਲ ਰਿਕੁਆਇਰਮੈਂਟਸ ਇਨ ਐਡੀਸ਼ਨ ਟੂ CRR ਅਤੇ SLR, ਠੀਕ ਹੈ, ਬੇਸਲ 3 ਨੋਰਮਸ ਨੂੰ ਮੀਟ ਕਰਨ ਵਾਸਤੇ CRR ਦੀ ਰਿਕੁਆਇਰਮੈਂਟ। ਕੈਪੀਟਲ ਐਡੀਕੁਏਸੀ ਰੇਸ਼ੋ ਵੀ ਇਹਨੂੰ ਬੋਲਦੇ ਆ ਜਾਂ ਕੈਪੀਟਲ ਟੂ ਰਿਸਕ ਵੇਟਡ ਐਸੈਟਸ ਵੀ ਬੋਲਦੇ ਆ, ਇਹਦੇ ਬਾਰੇ ਵੀ ਆਪਾਂ ਪੜ੍ਹਾਂਗੇ। ਰਾਈਟ, ਸੋ ਇਹ ਜਿਹੜੀ ਹੈ 15% ਹੈ ਸਮੋਲ ਫਾਈਨਾਂਸ ਬੈਂਕਸ ਲਈ ਇੰਡੀਆ ਦੇ ਵਿੱਚ। ਫਸਟ ਜਿਹੜਾ ਸਮੋਲ ਫਾਈਨਾਂਸ ਬੈਂਕ ਸੀਗਾ ਇੰਡੀਆ ਦੇ ਵਿੱਚ ਉਹ ਸੀਗਾ ਕੈਪੀਟਲ ਸਮੋਲ ਫਾਈਨਾਂਸ ਬੈਂਕ, ਜਿਹੜਾ 2016 ਦੇ ਵਿੱਚ ਸੈਟਅਪ ਕੀਤਾ ਗਿਆ ਸੀਗਾ, ਔਰ ਹੁਣ ਜਿਹੜੇ ਆ ਮੋਰ ਦੈਨ 10 ਸਮੋਲ ਫਾਈਨਾਂਸ ਬੈਂਕਸ ਇੰਡੀਆ ਦੇ ਵਿੱਚ ਆਪਰੇਟ ਕਰ ਰਹੇ ਆ। ਦੈਨ ਹੈ ਪੇਮੈਂਟ ਬੈਂਕਸ ਇਨ ਇੰਡੀਆ। ਪੇਮੈਂਟ ਬੈਂਕਸ ਵੀ ਸੇਮ ਜਸਟ ਲਾਈਕ ਸਮੋਲ ਫਾਈਨਾਂਸ ਬੈਂਕਸ। ਪੇਮੈਂਟ ਬੈਂਕਸ ਜਿਹੜੇ ਨਚੀਕੇਤ ਮੋਰ ਕਮੇਟੀ ਦੀ ਰਿਕਮੈਂਡੇਸ਼ਨ 'ਤੇ ਸੈਟਅਪ ਕੀਤੇ ਗਏ ਸੀ 2015 ਦੇ ਵਿੱਚ, ਠੀਕ ਹੈ, ਔਰ ਇਟ ਮਸਟ ਬੀ ਅ ਪਬਲਿਕ ਲਿਮਿਟਿਡ ਕੰਪਨੀ ਹੋਣੀ ਚਾਹੀਦੀ ਹੈ ਜਿਹਦੇ 100 ਕਰੋੜ ਦੀ ਜਿਹੜੀ ਪੇਡ ਅਪ ਕੈਪੀਟਲ ਹੈ, ਜਸਟ ਲਾਈਕ ਸਮੋਲ ਫਾਈਨਾਂਸ ਬੈਂਕ। ਬਟ ਸਮੋਲ ਫਾਈਨਾਂਸ ਬੈਂਕਸ ਦੇ ਵਿੱਚ ਜਿਹੜੇ ਕੋਈ ਵੀ ਐਗਜ਼ਿਸਟਿੰਗ NBFCs ਹੋ ਗਈਆਂ, ਠੀਕ ਹੈ, ਕੰਪਨੀਜ਼ ਹੋ ਗਈਆਂ, ਮਾਈਕਰੋ ਫਾਈਨਾਂਸ ਇੰਸਟੀਟਿਊਸ਼ਨਸ ਹੋ ਗਏ, ਉਹ ਵੀ, ਬਟ ਇਹਦੇ ਵਿੱਚ ਪਬਲਿਕ ਲਿਮਿਟਿਡ ਕੰਪਨੀ ਹੀ ਹੋਣੀ ਚਾਹੀਦੀ ਹੈ ਵਿਦ 100 ਕਰੋੜ ਦੀ ਕੈਪੀਟਲ। ਪਲੱਸ ਇਹਦੇ ਵਿੱਚ ਇਹ ਹੈ ਕਿ ਲੈਂਡਿੰਗ ਐਕਟੀਵਿਟੀਜ਼ ਨਹੀਂ ਹੁੰਦੀਆਂ, ਕ੍ਰੈਡਿਟ ਨਹੀਂ ਲੈਂਡ ਕਰਦੇ ਆ, ਠੀਕ ਹੈ, ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈ ਪੇਮੈਂਟ ਬੈਂਕਸ ਜਿਹੜੇ ਆ। ਔਰ ਐਂਡ ਦੇ ਨੀਡ ਟੂ ਇਨਵੈਸਟ, ਜਿਹੜੇ ਮਿਨੀਮਮ ਜਿੰਨੇ ਵੀ ਇਹਨਾਂ ਦੇ ਡਿਪੋਜ਼ਿਟਸ ਹੁੰਦੇ ਆ ਉਹਦਾ 75% ਜਿਹੜਾ ਗਵਰਨਮੈਂਟ ਬੌਂਡਸ ਦੇ ਵਿੱਚ ਇਨਵੈਸਟ ਕਰਦੇ ਆ ਐਜ਼ ਅ ਸਟੈਚੂਟਰੀ ਲਿਕੁਇਡਿਟੀ ਰੇਸ਼ੋ, ਠੀਕ ਆ, ਬਹੁਤ ਇੰਪੋਰਟੈਂਟ ਹੈ। ਐਂਡ ਉਸ ਤੋਂ ਇਲਾਵਾ ਦੇ ਕੈਨ ਡਿਪੋਜ਼ਿਟ ਮੈਕਸੀਮਮ 25% ਆਫ ਦਾ ਡਿਪੋਜ਼ਿਟਸ ਵਿਦ ਅਦਰ ਸਕੈਡਿਊਲਡ ਕਮਰਸ਼ੀਅਲ ਬੈਂਕਸ। ਐਂਡ ਮੈਕਸੀਮਮ ਡਿਪੋਜ਼ਿਟ ਜਿਹੜਾ ਆ ਇਹ ਕਿੰਨਾ ਅਲਾਓ ਕਰਦੇ ਆ, ਇੱਕ ਬੰਦੇ ਨੂੰ 1 ਲੱਖ ਦਾ, ਮਤਲਬ ਇੱਕ ਬੰਦਾ 1 ਲੱਖ ਸਾਲ ਦੇ ਵਿੱਚ ਜਿਹੜਾ ਡਿਪੋਜ਼ਿਟ ਕਰ ਸਕਦਾ ਪੇਮੈਂਟ ਬੈਂਕਸ ਦੇ ਵਿੱਚ, ਠੀਕ ਹੈ। ਪੇਮੈਂਟ ਮੈਕਸੀਮਮ ਡਿਪੋਜ਼ਿਟ ਕੈਨ ਬੀ ₹1 ਲੱਖ ਪਰ ਈਅਰ ਪਰ ਪਰਸਨ ਇਜ਼ ਅਲਾਉਡ। ਐਂਡ ਪੇਮੈਂਟ ਬੈਂਕਸ ਜਿਹੜੇ ਆ ਇਹ ਓਪਨ ਬ੍ਰਾਂਚ ਵੀ ਓਪਨ ਕਰ ਸਕਦੇ ਆ, ATMs ਵੀ ਓਪਨ ਕਰ ਸਕਦੇ ਆ, ਰਾਈਟ। ਬਟ ਇਹ ਕ੍ਰੈਡਿਟ ਫੈਸਿਲਿਟੀਜ਼ ਪ੍ਰੋਵਾਈਡ ਨਹੀਂ ਕਰਦੇ, ਲੈਂਡਿੰਗ ਫੈਸਿਲਿਟੀਜ਼ ਪ੍ਰੋਵਾਈਡ ਨਹੀਂ ਕਰਦੇ। ਪਲੱਸ ਇਹ ਜਿਹੜੇ NRIs ਵਗੈਰਾ ਹੁੰਦੇ ਨੇ, ਠੀਕ ਹੈ, ਉਹਨਾਂ ਤੋਂ ਵੀ ਡਿਪੋਜ਼ਿਟਸ ਅਸੈਪਟ ਨਹੀਂ ਕਰਦੇ।
ਦੈਨ ਸਿਮਿਲਰਲੀ ਰੂਰਲ ਏਰੀਆਜ਼ ਦੇ ਵਿੱਚ ਘੱਟੋ ਘੱਟ 25% ਐਕਸੈਸ ਪਹੁੰਚੇ, ਠੀਕ ਹੈ। ਬਾਕੀ ਮਿਊਚੁਅਲ ਫੰਡ, ਪੈਨਸ਼ਨ, ਇੰਸ਼ੋਰੈਂਸ ਵਗੈਰਾ ਸੇਲ ਕਰਦੇ ਨੇ, ਡਿਪੋਜ਼ਿਟਸ ਅਸੈਪਟ ਕਰਦੇ ਨੇ, ਜਿਵੇਂ FDs ਹੋ ਗਈਆਂ, ਸੇਵਿੰਗ ਅਕਾਊਂਟ, ਕਰੰਟ ਡਿਪੋਜ਼ਿਟ, ਬਟ ਉਹੀ ਗੱਲ ਕਿ ਲੈਂਡਿੰਗ ਨਹੀਂ, ਲੈਂਡਿੰਗ ਐਕਟੀਵਿਟੀਜ਼ ਨਹੀਂ ਹੈਗੀਆਂ, ਠੀਕ ਹੈ। ਕ੍ਰੈਡਿਟ ਪ੍ਰੋਵਾਈਡ ਨਹੀਂ ਕਰਨਗੇ। ਦੈਨ ਉਸ ਤੋਂ ਬਾਅਦ ਜਿਵੇਂ ਕੈਪੀਟਲ ਐਡੀਕੇਸੀ ਰੇਸ਼ੋ ਜਾਂ ਜਿਹਨੂੰ ਆਪਾਂ ਕੈਪੀਟਲ ਟੂ ਰਿਸਕ ਵੇਟਡ ਐਸੈਟਸ ਬੋਲਦੇ ਹਾਂ, ਜੋ ਸਮਾਲ ਫਾਈਨਾਂਸ ਬੈਂਕਸ ਦੀ ਵੀ ਲਿਮਿਟ 15% ਹੈ, ਸਿਮਿਲਰਲੀ ਪੇਮੈਂਟ ਬੈਂਕਸ ਦੀ ਵੀ 15% ਹੈ, ਰਾਈਟ। ਐਂਡ ਮੈਕਸੀਮਮ 74% FDI ਅਲਾਉਡ ਆ। ਰੈਪੋ ਮਾਰਕੀਟ ਨੂੰ ਐਕਸੈਸ ਕਰ ਸਕਦੇ ਆ RBI ਦੀ। ਪਲੱਸ ਇਹਦੇ ਵਿੱਚ ਦੇ ਕੈਨ ਰਿਕਰੂਟ ਬਿਜ਼ਨਸ ਕੋਰਸਪੋਂਡੈਂਟਸ, ਤੁਸੀਂ ਸੁਣਿਆ ਹੀ ਹੋਊਗਾ, ਮਤਲਬ ਜਿਹਦੇ ਵਿੱਚ ਜਿਹੜੇ ਰੂਰਲ ਏਰੀਆਜ਼ ਹੁੰਦੇ ਨੇ ਉਹਦੇ ਵਿੱਚ ਇਹ ਜਿੱਦਾਂ ਜਿਹਨੂੰ ਮਿਡਲ ਮੈਨ ਆਪਾਂ ਕਹਿ ਦਿੰਦੇ ਹਾਂ, ਬਿਜ਼ਨਸ ਕੋਰਸਪੋਂਡੈਂਟਸ ਨੂੰ ਇਹ ਅਪੁਆਇੰਟ ਕਰਦੇ ਨੇ ਬੈਂਕ ਕਸਟਮਰਸ ਤੱਕ ਫਾਈਨੈਂਸ਼ੀਅਲ ਸਰਵਿਸਿਜ਼ ਪ੍ਰੋਵਾਈਡ ਕਰਨ ਲਈ। ਸਭ ਤੋਂ ਪਹਿਲਾ ਜਿਹੜਾ ਪੇਮੈਂਟ ਬੈਂਕ ਸੀਗਾ ਇੰਡੀਆ ਦੇ ਵਿੱਚ ਉਹ ਏਅਰਟੈਲ ਪੇਮੈਂਟ ਬੈਂਕ ਸੀਗਾ, ਦੈਟ ਵਾਜ਼ ਲਾਂਚਡ ਇਨ 2017 ਔਰ ਐਟ ਪ੍ਰੈਜ਼ੈਂਟ ਦੇਰ ਆਰ 6 ਪੇਮੈਂਟ ਬੈਂਕਸ ਇਨ ਇੰਡੀਆ। So these are the most important points related to payments bank कि lending activity, credit card, advance ये allowed नहीं है, ठीक है। सो डिपॉजिट्स accept कर सकते हैं बट lending activities या credit provide करना किसी ने लोन देना ਜਿਹੜਾ ਅਲਾਉਡ ਨਹੀਂ ਹੈ ਪੇਮੈਂਟ ਬੈਂਕਸ ਦੇ ਉੱਤੇ, ਰਿਸਟ੍ਰਿਕਸ਼ਨਸ ਨੇ ਇਹਦੇ ਲਈ। ਐਂਡ ਦੂਸਰੀ ਗੱਲ ਕਿ NRI ਤੋਂ ਜਾਂ ਕ੍ਰੋਸ ਬਾਰਡਰ ਰੈਮਿਟੈਂਸਿਸ ਮਤਲਬ ਜੋ ਪੈਸੇ ਸਾਨੂੰ ਬਾਹਰੋਂ ਆਉਂਦੇ ਨੇ ਜਾਂ ਚਾਹੇ ਉਹ ਇੰਡੀਵਿਜੂਅਲਸ ਨੂੰ ਆਉਣ ਚਾਹੇ ਉਹ ਬਿਜ਼ਨਸ ਤੋਂ ਆਉਣ, ਸੋ ਉਹ ਵੀ ਅਸੈਪਟ ਨਹੀਂ ਕਰ ਸਕਦੇ ਪੇਮੈਂਟ ਬੈਂਕਸ। ਸੋ ਹੋਲਸੇਲ ਬੈਂਕਿੰਗ ਬਾਰੇ ਆਪਾਂ ਕੱਲ੍ਹ ਵੀ ਪੜ੍ਹਿਆ ਸੀ, ਜਿਹਦੇ ਵਿੱਚ ਮੇਨਲੀ ਬਿਗ ਕਾਰਪੋਰੇਟਸ ਵਗੈਰਾ ਨੂੰ, ਠੀਕ ਹੈ, ਜ਼ਿਆਦਾ ਬਿਗ ਇੰਡਸਟਰੀਜ਼ ਨੂੰ ਟਾਰਗੇਟ ਕੀਤਾ ਜਾਂਦਾ, ਮਤਲਬ ਉਹੀ ਇਹਨਾਂ ਦੇ ਕਸਟਮਰਸ ਹੁੰਦੇ ਨੇ ਇਹਦੇ ਵਿੱਚ। ਔਰ ਇਹ ਵੀ ਨਚੀਕੇਤ ਮੋਰ ਕਮੇਟੀ ਨੇ ਹੀ ਰਿਕਮੈਂਡ ਕੀਤਾ ਸੀ ਇਹਨੂੰ। ਐਂਡ ਇਸ ਤੋਂ ਇਲਾਵਾ ਹੋਲਸੇਲ ਐਂਡ ਲੌਂਗ ਟਰਮ ਫਾਈਨਾਂਸ ਸੈਟਅਪ ਕਰਨ ਦਾ ਇੱਕ ਪ੍ਰਪੋਜ਼ਲ RBI ਨੇ 2017 ਦੇ ਵਿੱਚ ਦਿੱਤਾ ਸੀ, ਜਿਹਨੂੰ ਹਜੇ ਤੱਕ ਸਟਾਰਟ ਨਹੀਂ ਕੀਤਾ ਗਿਆ। ਹੋਲਸੇਲ ਬੈਂਕਿੰਗ ਦੇ ਵਿੱਚ ਜਿਹੜੀਆਂ ਲਾਇਬਿਲਿਟੀਜ਼ ਹੁੰਦੀਆਂ ਨੇ, ਲਾਇਬਿਲਿਟੀਜ਼ ਮਤਲਬ ਕਿ ਜੋ ਬੈਂਕ ਲਾਇਬਲ ਹੁੰਦਾ ਪੇ ਕਰਨ ਲਈ ਆਪਣੇ ਕਸਟਮਰ ਨੂੰ, ਠੀਕ ਹੈ, ਚਾਹੇ ਉਹ ਉਹਨਾਂ ਦਾ ਆਪਣਾ ਪੈਸਾ ਹੋਵੇ ਕਸਟਮਰਸ ਦਾ, ਚਾਹੇ ਉਹ ਇਹਨਾਂ ਨੇ ਬੈਂਕ ਨੇ ਵਿਦ ਵਿਆਜ ਉਹਨਾਂ ਨੂੰ ਵਾਪਸ ਦੇਣਾ ਹੋਵੇ। ਸੋ ਇਹਦੇ ਵਿੱਚ ਕਰੰਟ ਅਕਾਊਂਟ, ਟਰਮ ਡਿਪੋਜ਼ਿਟਸ ਮੋਰ ਦੈਨ 10 ਕਰੋੜਸ, ਬੌਂਡਸ, ਬੋਰੋਇੰਗਸ, ਇਹ ਸਾਰਾ ਕੁਝ ਕੀ ਆ ਲਾਇਬਿਲਿਟੀਜ਼ ਹੁੰਦੀਆਂ ਨੇ ਇਹਨਾਂ ਦੀਆਂ ਬੈਂਕਸ ਦੀਆਂ। ਔਰ ਐਸੈਟਸ ਕੀ ਹੋ ਸਕਦੇ ਨੇ, ਜਿਵੇਂ ਕਿਹਨੂੰ ਮਤਲਬ ਇਹ ਲੈਂਡ ਕਰ ਸਕਦੇ ਆ, ਜਿਵੇਂ ਇਨਫਰਾਸਟਰਕਚਰ ਪ੍ਰੋਜੈਕਟਸ ਵਾਸਤੇ, ਮੀਡੀਅਮ ਕਾਰਪੋਰੇਟ ਲੈਂਡਿੰਗ। ਦੈਨ ਹੋਲਸੇਲ ਬੈਂਕਸ ਜਿਹੜੇ ਆ PSL ਸਰਟੀਫਿਕੇਟ, ਪ੍ਰਾਇਓਰਿਟੀ ਸੈਕਟਰ ਲੈਂਡਿੰਗ ਸਰਟੀਫਿਕੇਟ, ਜਿਵੇਂ ਕਿ ਬੈਂਕਸ ਨੂੰ ਆਪਣਾ ਸ਼ੋਅ ਕਰਨਾ ਹੁੰਦਾ ਨਾ ਕਿ ਸਕੈਡਿਊਲਡ ਕਮਰਸ਼ੀਅਲ ਬੈਂਕਸ ਨੂੰ ਵੀ ਆਪਾਂ ਆਪਣਾ 40% ਜਿਹੜਾ ਆ ਉਹ ਪ੍ਰਾਇਓਰਿਟੀ ਸੈਕਟਰ ਨੂੰ ਦੇ ਰਹੇ ਹਾਂ। ਸੋ ਉਹਦੇ ਲਈ ਉਹਨਾਂ ਨੂੰ ਸਰਟੀਫਿਕੇਟਸ ਜਿਹੜੇ ਆਪਣੇ ਸ਼ੋਅ ਕਰਨੇ ਹੁੰਦੇ, ਸੋ ਹੋਲਸੇਲ ਬੈਂਕਿੰਗ ਇਹ ਵੀ ਪ੍ਰੋਵਾਈਡ ਕਰਦਾ ਉਹਨਾਂ ਨੂੰ। ਦੈਨ ਇਨ ਕੇਸ ਜਿਹੜੀ ਹੋਲਸੇਲ ਬੈਂਕਿੰਗ ਦੇ ਕੇਸ ਦੇ ਵਿੱਚ ਜਿਹੜੀ ਪ੍ਰਪੋਜ਼ਡ ਮਿਨੀਮਮ ਪੇਡ ਅਪ ਕੈਪੀਟਲ ਹੈ ਉਹ 1000 ਕਰੋੜ ਹੈ, ਰਾਈਟ। ਕੋਆਪਰੇਟਿਵ ਬੈਂਕਸ ਇਨ ਇੰਡੀਆ, ਸੋ ਜਿਵੇਂ ਕਮਰਸ਼ੀਅਲ ਬੈਂਕਸ ਨੇ ਉਹ RBI ਐਕਟ ਦੇ ਅੰਡਰ ਹੁੰਦੇ ਨੇ ਕ੍ਰੀਏਟ, ਠੀਕ ਹੈ, ਲੇਕਿਨ ਕੋਆਪਰੇਟਿਵ ਬੈਂਕਸ ਨੂੰ ਸੈਟਅਪ ਕੀਤਾ ਜਾਂਦਾ ਅੰਡਰ ਕੋਆਪਰੇਟਿਵ ਸੁਸਾਇਟੀਜ਼ ਐਕਟ 1912। ਸੋ ਦਿਸ ਇਜ਼ ਦਾ ਮੋਸਟ ਇੰਪੋਰਟੈਂਟ ਥਿੰਗ ਟੂ ਰਿਮੈਂਬਰ, ਠੀਕ ਹੈ। ਅਤੇ ਦੂਸਰੀ ਗੱਲ ਇਹ ਜਿਹੜੇ ਆ ਕੇਸ ਪਰਪਸ ਦੇ ਉੱਤੇ ਕੰਮ ਕਰਦੇ ਆ ਔਨ ਨੋ ਪ੍ਰੋਫਿਟ ਨੋ ਲੋਸ। ਜੇ ਆਪਾਂ ਸਕੈਡਿਊਲਡ ਕਮਰਸ਼ੀਅਲ ਬੈਂਕਸ ਦਾ ਦੇਖੀਏ ਤਾਂ ਉਹਨਾਂ ਦਾ ਮੇਨ ਹੁੰਦਾ ਕਿ ਪ੍ਰੋਫਿਟਸ ਨੂੰ ਕਿਵੇਂ ਮੈਕਸੀਮਾਈਜ਼ ਕਰਨਾ ਹੈ। ਬਸ ਇਸ ਕੇਸ ਦੇ ਵਿੱਚ ਕੋਈ ਮਤਲਬ ਇਹ ਕੰਮ ਕਰਦੇ ਨੇ ਨੋ ਪ੍ਰੋਫਿਟ ਨੋ ਲੋਸ ਬੇਸਿਸ ਦੇ ਉੱਤੇ, ਕਿਉਂਕਿ ਇਹਦੇ ਵਿੱਚ ਮੇਨ ਆਬਜੈਕਟਿਵ ਹੁੰਦਾ ਜਿਹੜੇ ਪਛੜੇ ਹੋਏ ਲੋਕ ਨੇ ਜਾਂ ਰੂਰਲ ਏਰੀਆਜ਼ ਦੇ ਵਿੱਚ ਨੇ ਜਾਂ ਜਿਨ੍ਹਾਂ ਤੱਕ ਫੰਡਸ ਐਕਸੈਸ ਨਹੀਂ ਹੋ ਪਾ ਰਹੇ, ਠੀਕ ਹੈ, ਜਾਂ ਫਾਰਮਰਸ ਨੇ, ਉਹਨਾਂ ਦੀਆਂ ਨੀਡਸ ਨੂੰ ਪੂਰਾ ਕਰਨਾ, ਸੁਸਾਇਟੀ ਦੀਆਂ ਨੀਡਸ ਨੂੰ ਪੂਰਾ ਕਰਨਾ, ਠੀਕ ਆ। ਜਿਵੇਂ ਰੂਰਲ ਏਰੀਆਜ਼ ਦੇ ਵਿੱਚ ਦੇ ਮੇਨਲੀ ਫਾਈਨਾਂਸ ਐਗਰੀਕਲਚਰ ਬੇਸਡ ਐਕਟੀਵਿਟੀਜ਼ ਲਾਈਕ ਫਾਰਮਿੰਗ, ਲਾਈਵ ਸਟਾਕ ਐਂਡ ਹੈਚਰੀਜ਼। ਅਤੇ ਸ਼ਾਰਟ ਟਰਮ ਰੂਰਲ ਕੋਆਪਰੇਟਿਵਸ ਜਿਹੜੇ ਹੁੰਦੇ 3 ਟੀਅਰ ਸਟਰਕਚਰ ਹੁੰਦਾ, ਜਿਹਦੇ ਵਿੱਚ ਟੀਅਰ 1 ਜਿਹੜਾ ਆ ਸਟੇਟ ਲੈਵਲ 'ਤੇ ਹੁੰਦਾ ਸਟੇਟ ਕੋਆਪਰੇਟਿਵ ਬੈਂਕਸ, ਟੀਅਰ 2 ਡਿਸਟ੍ਰਿਕਟ ਲੈਵਲ 'ਤੇ ਹੁੰਦਾ ਸੈਂਟਰਲ ਕੋਆਪਰੇਟਿਵ ਬੈਂਕਸ, ਅਤੇ ਉਸ ਤੋਂ ਬਾਅਦ ਟੀਅਰ 3 'ਤੇ ਹੁੰਦੇ ਆ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੁਸਾਇਟੀਜ਼ ਜਾਂ ਪੈਕ। ਦੈਨ ਇਸ ਤੋਂ ਬਾਅਦ ਜਿਹੜਾ ਇਹਨਾਂ ਦਾ ਫੰਕਸ਼ਨ ਹੁੰਦਾ ਜੋ ਵੀ ਉਹ ਇਲੈਕਟਿਡ ਜੋ ਮੈਨੇਜਿੰਗ ਕਮੇਟੀ ਹੁੰਦੀ, ਜਿਵੇਂ ਕੋਆਪਰੇਟਿਵ ਸੁਸਾਇਟੀਜ਼ ਦੇ ਵਿੱਚ ਕਮੇਟੀ ਹੁੰਦੀ 21 ਮੈਂਬਰ, ਇਵੇਂ ਬੈਂਕਸ ਦੇ ਵਿੱਚ ਵੀ ਹੁੰਦੀ ਆ, ਠੀਕ ਹੈ। ਅਤੇ ਕੋਆਪਰੇਟਿਵ ਬੈਂਕਸ ਜਿਹੜੇ ਆ ਇਹ ਅਨਲਿਮਿਟਿਡ ਲਾਇਬਿਲਿਟੀ ਦੇ ਸ਼ੇਅਰਸ ਇਸ਼ੂ ਕਰਦੇ ਆ, ਠੀਕ ਹੈ। ਆਪਾਂ ਪੜ੍ਹਿਆ ਸੀ ਕੋਆਪਰੇਟਿਵ ਸੁਸਾਇਟੀਜ਼ ਦੇ ਵਿੱਚ ਵੀ ਲਿਮਿਟਿਡ ਲਾਇਬਿਲਿਟੀ ਦੇ ਵੀ ਹੁੰਦੇ ਨੇ ਕੋਆਪਰੇਟਿਵ ਸੁਸਾਇਟੀਜ਼, ਅਤੇ ਅਨਲਿਮਿਟਿਡ ਲਾਇਬਿਲਿਟੀਜ਼ ਦੇ ਵਿੱਚ ਵੀ ਹੁੰਦੀਆਂ ਨੇ, ਠੀਕ ਹੈ। ਲਿਮਿਟਿਡ ਮਤਲਬ ਜਿੰਨਾ ਕੋਈ ਪੂਲ ਕਰੇਗਾ, ਜੇ ਕੱਲ੍ਹ ਨੂੰ ਨੁਕਸਾਨ ਹੁੰਦਾ ਤਾਂ ਉਹਦਾ ਓਨਾ ਹੀ ਹੋਏਗਾ, ਜ਼ਿਆਦਾ ਨਹੀਂ। ਬਟ ਅਨਲਿਮਿਟਿਡ ਲਾਇਬਿਲਿਟੀ ਦੇ ਵਿੱਚ ਜਿਹੜਾ ਆ ਉਹ ਪ੍ਰੋਫਿਟ ਵੀ ਸਾਰਿਆਂ ਦਾ ਬਰਾਬਰ ਹੁੰਦਾ ਅਤੇ ਜਿਹੜਾ ਨੁਕਸਾਨ ਹੈ ਜੇ ਉਹ ਵੀ ਹੁੰਦਾ ਤਾਂ ਸਭ ਦਾ ਬਰਾਬਰ ਹੀ ਹੁੰਦਾ। 1966 ਤੋਂ ਬਾਅਦ ਜਿਹੜਾ ਇਹ ਜਿਹੜੀ ਕੋਆਪਰੇਟਿਵ ਬੈਂਕਿੰਗ ਹੈ ਇਹ RBI ਦੀ ਰੈਗੂਲੇਸ਼ਨ ਮਤਲਬ RBI ਨੂੰ ਰੈਗੂਲੇਟ ਕਰਦਾ, ਹਾਲਾਂਕਿ ਇਹਨਾਂ ਦਾ ਸੈਟਅਪ ਜਿਹੜਾ ਆ ਕੋਆਪਰੇਟਿਵ ਸੁਸਾਇਟੀਜ਼ ਐਕਟ ਦੇ ਅੰਡਰ ਹੀ ਹੁੰਦਾ ਆ।
ਸੋ ਕੋਆਪਰੇਟਿਵ ਬੈਂਕਸ ਵੀ ਸਕੈਡਿਊਲਡ ਵੀ ਹੋ ਸਕਦੇ ਨੇ, ਨੋਨ ਸਕੈਡਿਊਲਡ ਵੀ ਹੋ ਸਕਦੇ, ਜਿਵੇਂ ਪੈਕਸ ਜਿਹੜੀ ਹੈ, ਠੀਕ ਹੈ, ਪ੍ਰਾਇਮਰੀ ਐਗਰੀਕਲਚਰ ਕ੍ਰੈਡਿਟ ਸੁਸਾਇਟੀਜ਼ ਨੋਨ ਸਕੈਡਿਊਲਡ ਦੇ ਅੰਡਰ ਆਉਂਦੀ ਆ। ਸਿਮਿਲਰਲੀ ਅਗਰ ਇਹਦੀ ਰੀਫਾਈਨਾਂਸ ਸਪੋਰਟ ਦੀ ਗੱਲ ਕਰੀਏ, ਜਿਵੇਂ ਕਮਰਸ਼ੀਅਲ ਬੈਂਕਸ ਜਿਹੜੇ ਆ ਉਹ RBI ਤੋਂ ਲੈਂਦੇ ਨੇ, ਇਹ ਜਿਹੜੀ ਕੋਆਪਰੇਟਿਵ ਬੈਂਕਸ ਨੇ ਇਹਨਾਂ ਦਾ ਜਿਹੜਾ ਰੀਫਾਈਨਾਂਸ ਸਪੋਰਟ ਹੈ ਉਹ NABARD ਤੋਂ ਆਉਂਦੀ ਹੈ, ਠੀਕ ਹੈ, ਨੈਸ਼ਨਲ ਐਗਰੀਕਲਚਰ ਬੈਂਕ ਆਫ ਰੂਰਲ ਡਿਵੈਲਪਮੈਂਟ ਜੋ ਵੀ ਹੈ, ਠੀਕ ਹੈ, ਉਹਦੇ ਤੋਂ ਆਉਂਦੀ ਹੈ, ਠੀਕ ਹੈ। ਐਂਡ ਇਟ ਟੇਕਸ ਕੇਅਰ ਆਫ ਇੰਸਪੈਕਸ਼ਨ ਆਫ ਕੋਆਪਰੇਟਿਵ ਬੈਂਕਸ, ਸਟੇਟ ਕੋਆਪਰੇਟਿਵ ਬੈਂਕਸ ਐਂਡ ਡਿਸਟ੍ਰਿਕਟ ਸੈਂਟਰਲ ਕੋਆਪਰੇਟਿਵ ਬੈਂਕਸ। ਉਸ ਤੋਂ ਇਲਾਵਾ ਜਿਹੜੇ ਕੋਆਪਰੇਟਿਵ ਬੈਂਕਸ ਨੇ ਸਾਰੇ ਹੀ ਜੋ ਵੀ ਬੈਂਕਿੰਗ ਫੈਸਿਲਿਟੀਜ਼ ਨੇ ਪ੍ਰੋਵਾਈਡ ਕਰਦੇ ਨੇ, ਡਿਪੋਜ਼ਿਟਸ ਅਸੈਪਟ ਕਰਨਾ, ਉਹਨਾਂ ਨੂੰ ਮੋਬਿਲਾਈਜ਼ ਕਰਨਾ, ਠੀਕ ਹੈ, ਕ੍ਰੈਡਿਟ ਪ੍ਰੋਵਾਈਡ ਕਰਨਾ, ਰੈਮਿਟੈਂਸ ਫੈਸਿਲਿਟੀਜ਼ ਨੂੰ, ਜਿਵੇਂ ਕਿ ਆਪਾਂ ਪੜ੍ਹਿਆ ਸੀਗਾ ਹੁਣੇ ਕਿ ਜਿਹੜੇ ਪੇਮੈਂਟ ਬੈਂਕਸ ਨੇ ਹੈ ਨਾ, ਉਹ ਰੈਮਿਟੈਂਸਿਸ ਅਸੈਪਟ ਨਹੀਂ ਕਰਦੇ, ਪਰ ਇਹਦੇ ਵਿੱਚ ਇੱਦਾਂ ਦਾ ਕੁਛ ਨਹੀਂ ਆ। ਬਟ ਔਨ ਦੀ ਅਦਰ ਹੈਂਡ ਅਗਰ ਆਪਾਂ ਕੋਆਪਰੇਟਿਵ ਸੁਸਾਇਟੀਜ਼ ਦੇਖੀਏ ਤਾਂ ਉਹ ਸਿਰਫ ਡਿਪੋਜ਼ਿਟਸ ਉਹਨਾਂ ਤੋਂ ਹੀ ਲੈਂਦੇ ਆ ਜਿਹੜੇ ਮੈਂਬਰਸ ਹੋਣ, ਔਰ ਲੋਨ ਵੀ ਉਹਨਾਂ ਨੂੰ ਹੀ ਦਿੰਦੇ ਆ ਜਿਹੜੇ ਕਿ ਮੈਂਬਰਸ ਹੋਣ ਸੁਸਾਇਟੀ ਦੇ। ਬਟ ਬੈਂਕਸ ਦੇ ਵਿੱਚ ਇੱਦਾਂ ਨਹੀਂ ਹੁੰਦਾ, ਬੈਂਕ ਇੱਕ ਤਰ੍ਹਾਂ ਦੀ ਯੂਨੀਵਰਸਲ ਬੈਂਕਿੰਗ ਹੀ ਪ੍ਰੋਵਾਈਡ ਕਰਦੇ ਆ। ਸੋ CRR ਅਤੇ SLR ਦੀ ਜਿਹੜੀ ਹੈਗੀ ਹੈ ਰਿਕੁਆਇਰਮੈਂਟ, ਉਹ ਕੋਆਪਰੇਟਿਵ ਬੈਂਕਿੰਗ ਦੇ ਉੱਤੇ ਐਪਲੀਕੇਬਲ ਹੁੰਦੀ ਆ, ਜਦ ਕਿ ਜਿਹੜੇ ਕੋਆਪਰੇਟਿਵ ਬੈਂਕਸ ਨੇ ਇਹ ਰੈਪੋ ਮਾਰਕੀਟ ਨੂੰ ਐਕਸੈਸ ਨਹੀਂ ਕਰ ਸਕਦੇ, ਬਿਕੋਜ਼ ਦੇ ਆਰ ਨਾਟ ਸੈਟ ਅਪ ਅੰਡਰ RBI ਐਕਟ। ਕੋਆਪਰੇਟਿਵ ਸੁਸਾਇਟੀਜ਼ ਐਕਟ ਦੇ ਅੰਡਰ ਸਟੈਬਲਿਸ਼ ਕੀਤੇ ਜਾਂਦੇ ਆ, ਐਂਡ ਇਸੇ ਕਰਕੇ ਹੀ ਜਿਹੜੀ ਪ੍ਰਾਇਓਰਿਟੀ ਸੈਕਟਰ ਲੈਂਡਿੰਗ ਦੀ ਲਿਮਿਟ ਹੈ ਉਹ ਵੀ ਕੋਆਪਰੇਟਿਵ ਬੈਂਕਸ ਦੇ ਉੱਤੇ ਐਪਲੀਕੇਬਲ ਨਹੀਂ ਹੁੰਦੀ, ਰਾਈਟ। ਸੋ ਇਹ ਇੰਪੋਰਟੈਂਟ ਆ, ਨੋਟ ਕਰ ਲਿਓ। ਦੂਸਰੀ ਗੱਲ, ਇੱਕ ਹੁੰਦੇ ਨੇ ਲੌਂਗ ਟਰਮ ਕੋਆਪਰੇਟਿਵ ਬੈਂਕਸ, ਜਿਨ੍ਹਾਂ ਨੂੰ ਆਪਾਂ ਲੈਂਡ ਡਿਵੈਲਪਮੈਂਟ ਬੈਂਕਸ ਵੀ ਬੋਲਦੇ ਹਾਂ। ਇਹ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਸਟੇਟ ਕੋਆਪਰੇਟਿਵ ਐਗਰੀਕਲਚਰ ਐਂਡ ਰੂਰਲ ਬੈਂਕਸ ਅਤੇ ਇੱਕ ਹੁੰਦੇ ਪ੍ਰਾਇਮਰੀ ਕੋਆਪਰੇਟਿਵ ਐਗਰੀਕਲਚਰ ਐਂਡ ਰੂਰਲ ਬੈਂਕਸ। ਇਹਨਾਂ ਨੂੰ ਡਿਟੇਲਸ ਪੜ੍ਹਨ ਦੀ ਜ਼ਰੂਰਤ ਨਹੀਂ ਹੈ। ਸੋ ਅਰਲੀਐਸਟ ਨੋਨ ਕੋਆਪਰੇਟਿਵ ਕ੍ਰੈਡਿਟ ਯੂਨੀਅਨ ਇੰਡੀਆ ਦੇ ਵਿੱਚ ਇਹ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ। 1889 ਬੜੌਦਾ ਦੇ ਵਿੱਚ ਅਨੋਨਿਆ ਸਹਿਕਾਰੀ ਮੰਡਲੀ ਸੈਟਅਪ ਕੀਤੀ ਗਈ ਸੀ। ਐਂਡ ਦੈਟ ਵਾਜ਼ ਆਲ ਫॉर ਟੂਡੇ। ਥੈਂਕ ਯੂ।